ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪਰਗਾਸ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਗਲੀ ਸਭਾ ਦਿਖਾਈਏ ਤੋਲੋ ਪੁਨ ਦੀਜੈ। ਸ਼ਾਹ ਜਹਾਂ ਪਤਸ਼ਾਹ ਕੋ ਕਾਰ ਵਿਵੇਕ ਕੀਜੈ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀ ਕੁਲ ਆਲਮ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗ ਜੁਗ ਅਟਲ। ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਅਥਾ ਸ਼ਰਧਾ ਭਾਵਨਾ ਸਹਿਤ ਸ਼ਾਮ ਦੇ ਵੇਲੇ ਨੂੰ ਮੁੱਖ ਰੱਖਦੇ ਪੰਚਮ ਪਾਤਸ਼ਾਹ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਮੇਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਇਤਿਹਾਸਕ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਦੀ ਯਾਤਰਾ ਸਤ ਸੰਗਤ ਸੇਵਾਵਾਂ ਦੇ ਰਾਹੀਂ ਆਪਣੀਆਂ ਘੜੀਆਂ ਨੂੰ ਸਮੇਂ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰੂ ਜੀ ਸਭਨਾਂ ਦੀ ਸਤ ਸੰਗਤ ਸੇਵਾ ਯਾਤਰੀ ਯਾਤਰਾ ਸਫਲੀ ਕਰਨ, ਅਰਦਾਸ ਸੰਪੂਰਨ ਕਰਨ। ਬੇਅੰਤ ਸੰਗਤਾਂ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਗੁਰੂ ਕੇ ਚਰਨਾਂ ਦੇ ਵਿੱਚ ਆ ਰਹੀਆਂ ਹਨ, ਉੱਥੇ ਬਹੁਤ ਸਾਰੇ ਗੁਰਮੁਖ ਪਿਆਰੇ ਸੰਗਰਾਂਦ ਦੇ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਭਾਦਰੋਂ ਦਾ ਮਹੀਨਾ ਗੁਰੂ ਦੀ ਕਿਰਪਾ ਦੇ ਨਾਲ ਬਤੀਤ ਹੋਇਆ ਹੈ, ਲੰਘਿਆ ਹੈ ਔਰ ਅੱਸੂ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸਤਿਗੁਰੂ ਜੀ ਸਭਨਾਂ ਸੰਗਤਾਂ ਨੂੰ ਸੇਵਾ, ਸਿਮਰਨ, ਬੰਦਗੀ, ਪ੍ਰੇਮ, ਸ਼ਾਂਤੀ ਔਰ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ, ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ। ਆਉਣ ਵਾਲਾ ਸਮਾਂ ਗੁਰੂ ਕੇ ਭਾਣੇ ਦੇ ਅੰਦਰ ਬਤੀਤ ਹੋਵੇ। ਆਓ ਜੋ ਇਸ ਪਾਵਨ ਸਥਾਨ 'ਤੇ ਲੜੀਵਾਰ ਕਥਾ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ, ਲੜੀਵਾਰ ਕਥਾ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਜੀਵਨ ਆਰੰਭ ਹੋਇਆ ਹੈ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ ਹਨ ਔਰ 7ਵੇਂ ਪਾਤਸ਼ਾਹ ਜੀ ਗੁਰਤਾ ਗੱਦੀ ਉੱਪਰ ਵਿਰਾਜਮਾਨ ਹੋਏ ਹਨ। ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਹੈ, ਜਿਸ ਜਗ੍ਹਾ 'ਤੇ ਸਤਿਗੁਰੂ ਜੀ ਵਿਰਾਜੇ ਹੋਏ ਹਨ, ਬੇਅੰਤ ਜੀਵਾਂ ਦਾ ਭਲਾ ਕਰ ਰਹੇ ਹਨ। ਔਰ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਦੇ ਬਾਰੇ ਜਦੋਂ ਪੜ੍ਹਦੇ ਹਾਂ ਤਾਂ ਸੁਭਾਅ ਬੜਾ ਦਿਆਲੂ ਹੈ, ਕਿਰਪਾਲੂ ਹੈ। ਜਿੱਥੇ ਮਨੁੱਖਾਂ ਦੇ ਉੱਪਰ ਪਾਰੀ ਉਪਕਾਰ ਕਰਦੇ ਹਨ, ਜੀਵਾਂ ਦਾ ਭਲਾ ਕਰਦੇ ਹਨ, ਮਨੁੱਖਾਂ ਨੂੰ ਸੇਵਾ ਸਿਮਰਨ ਦੇ ਵਿੱਚ ਲਾਉਂਦੇ ਹਨ, ਉੱਥੇ ਪਸ਼ੂ ਪੰਛੀਆਂ ਦਾ ਵੀ ਇਲਾਜ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਕਰਦੇ ਹਨ। ਇੱਕ ਵੱਡਾ ਦਵਾਈਖਾਨਾ ਬਣਾਇਆ ਹੋਇਆ ਹੈ। ਬੜਾ ਕੋਮਲ, ਬੜਾ ਸੁਭਾਅ ਦਿਆਲੂ ਸਤਿਗੁਰਾਂ ਦਾ ਸੁਭਾਅ ਹੈ, ਹਿਰਦਾ ਹੈ। ਔਰ ਇਹਨਾਂ ਦਿਨਾਂ ਦੇ ਵਿੱਚ ਜੋ ਸ਼ਾਹਜਹਾਨ ਬਾਦਸ਼ਾਹ ਹੈ, ਉਹਦੇ ਘਰ ਦੇ ਵਿੱਚ 4 ਪੁੱਤਰ ਹਨ ਤੇ ਸਭ ਤੋਂ ਜਿਹੜਾ ਪੁੱਤਰ ਹੈ ਵੱਡਾ, ਉਹਦਾ ਨਾਂ ਹੈ ਦਾਰਾ ਸ਼ਿਕੋਹ।
ਜਿਹੜਾ ਵੱਡਾ ਵੀ ਹੈ ਤੇ ਗੁਣੀ ਵੀ ਹੈ, ਸਿਆਣਾ ਵੀ ਹੈ। ਬਾਦਸ਼ਾਹ ਗੁਣ ਦੇਖਦਾ ਹੋਇਆ ਕਈ ਵਾਰ ਸਲਾਹਾਂ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਾਰਾਸ਼ਕੋ ਰਾਜ ਭਾਗ ਸਾਂਭੇਗਾ, ਰਾਜ ਕਰੇਗਾ। ਕਿਉਂਕਿ ਪਹਿਲਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਬਾਦਸ਼ਾਹੀ ਦੇਣੀ ਹੋਵੇ ਉਹਦੀ ਉਸ ਹਿਸਾਬ ਦੇ ਨਾਲ ਤਿਆਰੀ ਕਰਵਾਈ ਜਾਂਦੀ ਸੀ, ਦੇਖਿਆ ਜਾਂਦਾ ਸੀਗਾ। ਦਾਰਾਸ਼ਕੋ ਜਿਹੜਾ ਹੈ ਉਹ ਚਾਰਾਂ ਭਰਾਵਾਂ ਦੇ ਵਿੱਚੋਂ ਚਤੁਰ ਹੈ, ਤੇਜ ਹੈ, ਸਿਆਣਾ ਹੈ। ਅਤੇ ਸ਼ਾਹਜਹਾਨ ਨੇ ਜਦੋਂ ਇਸ ਤਰ੍ਹਾਂ ਬਾਦਸ਼ਾਹੀ ਅੱਗੇ ਇਹਦੇ ਕੋਲ ਜਾਏਗੀ ਬਾਰੇ ਵਿਚਾਰਾਂ ਕੀਤੀਆਂ ਹਨ। ਜਿਹੜਾ ਤੀਸਰੇ ਨੰਬਰ ਵਾਲਾ ਪੁੱਤਰ ਹੈ, ਕਹਿਣ ਤੋਂ ਭਾਵ ਔਰੰਗਜ਼ੇਬ, ਜਿਹਦਾ ਪਹਿਲਾ ਨਾਮ ਇਤਿਹਾਸ ਦੇ ਵਿੱਚ ਨੌਰੰਗਾ ਆਇਆ ਹੈ, ਚਲਾਕ ਹੈ, ਚਤੁਰ ਹੈ, ਚਾਲਬਾਜ਼ ਹੈ, ਸਾਜ਼ਿਸ਼ੀ ਹੈ ਔਰ ਸੁਭਾਅ ਜਿਹੜਾ ਬੜਾ ਸਖਤ ਹੈ। ਇਹਨੂੰ ਇੰਝ ਲੱਗਿਆ ਕਿ ਵੱਡੇ ਭਰਾ ਦੇ ਬਾਰੇ ਚਰਚਾ ਚੱਲਦੀ ਹੈ ਅਤੇ ਬਾਦਸ਼ਾਹੀ ਉਹਨੂੰ ਪ੍ਰਾਪਤ ਹੋਏਗੀ। ਅਤੇ ਇਹਨੇ ਫਿਰ ਆਪਣੇ ਵੱਡੇ ਭਰਾ ਦੇ ਨਾਲ ਈਰਖਾ ਕਰਦਾ ਹੋਇਆ ਉਹਨੂੰ ਖਤਮ ਕਰਨ ਵਾਸਤੇ ਇੱਕ ਤਰੀਕਾ ਸੋਚਿਆ ਹੈ। ਸ਼ੇਰ ਦੀ ਮੁੱਛ ਦਾ ਜਿਹੜਾ ਵਾਲ ਹੈ ਉਹਨੂੰ ਕੁਤਰ ਕੇ ਛੋਟਾ ਛੋਟਾ ਕਰਕੇ ਚੌਲਾਂ ਦੇ ਵਿੱਚ ਮਿਲਾ ਕਰਕੇ ਦਾਰਾਸ਼ਕੋ ਜਿਹੜਾ ਰਾਜਕੁਮਾਰ ਹੈ ਉਹਦੇ ਸੇਵਕ ਨੂੰ ਖਰੀਦ ਕੇ ਖਾਣੇ ਦੇ ਵਿੱਚ ਮਿਲਾ ਕਰਕੇ ਦਾਰਾਸ਼ਕੋ ਨੂੰ ਖਵਾ ਦਿੱਤਾ ਗਿਆ ਹੈ। ਅਤੇ ਜਿਉਂ ਹੀ ਕੁਝ ਚੀਜ਼ਾਂ ਹੋਰ ਖਾਣੇ ਦੇ ਵਿੱਚ ਮਿਲਾਈਆਂ ਗਈਆਂ, ਜਿਹਦੇ ਕਰਕੇ ਦਾਰਾਸ਼ਕੋ ਜਿਹੜਾ ਹੈ ਹੌਲੀ ਹੌਲੀ ਸਰੀਰ ਪਤਲਾ ਹੋਈ ਜਾ ਰਿਹਾ ਹੈ, ਦੁਰਬਲ ਹੋਈ ਜਾ ਰਿਹਾ ਹੈ, ਬਲ ਤੋਂ ਹੀਣਾ ਹੋਈ ਜਾ ਰਿਹਾ ਹੈ। ਇਹ ਦੇਖ ਕੇ ਬਾਦਸ਼ਾਹ ਸ਼ਾਹਜਹਾਨ, ਇੱਕ ਤਾਂ ਪੁੱਤਰ ਗੁਣੀ ਬੜਾ ਹੈ ਅਤੇ ਦੂਜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਬਾਦਸ਼ਾਹ ਬਣਾਵਾਂਗਾ ਬਾਰੇ ਸੋਚਦਾ ਹੈ। ਪਿਆਰ ਬੜਾ ਹੈ ਵੱਡੇ ਪੁੱਤਰ ਦੇ ਨਾਲ ਬਾਦਸ਼ਾਹ ਦਾ। ਜਿਉਂ ਹੀ ਪੁੱਤਰ ਬਿਮਾਰੀ ਦੇ ਵਿੱਚ ਜਕੜਿਆ ਗਿਆ ਹੈ, ਇਲਾਜ ਕੋਈ ਲੱਭ ਨਹੀਂ ਰਿਹਾ, ਆਖਰ ਕੀ ਹੋਇਆ ਹੈ। ਅਤੇ ਉੱਧਰੋਂ ਬਾਦਸ਼ਾਹ ਵੀ ਬੜਾ ਚਿੰਤਾ ਦੇ ਵਿੱਚ ਹੈ। ਵੈਦਾਂ ਨੇ ਬੜੇ ਉਪਰਾਲੇ ਕੀਤੇ, ਯਤਨ ਕੀਤੇ, ਪਰ ਕੋਈ ਕਾਮਯਾਬ ਨਹੀਂ ਹੋ ਰਿਹਾ। ਅਤੇ ਹੁਣ ਵੈਦਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਹੈ ਅਤੇ ਬਾਦਸ਼ਾਹ ਨੂੰ ਇੱਕ ਬੇਨਤੀ ਕੀਤੀ, ਬਾਦਸ਼ਾਹ ਕੁਝ ਜ਼ਰੂਰੀ ਚੀਜ਼ਾਂ ਹਨ, ਜੇ ਤਾਂ ਕਿਤੇ ਇਹਦਾ ਪ੍ਰਬੰਧ ਹੋ ਜਾਏ ਅਤੇ ਤੇਰਾ ਪੁੱਤਰ ਬਚ ਸਕਦਾ ਹੈ, ਦਾਰਾਸ਼ਕੋ ਬਚ ਜਾਏਗਾ। ਕਿਹੜੀਆਂ ਚੀਜ਼ਾਂ ਹਨ? ਇੱਕ ਹੈ ਹਰੜਾਂ ਕੁਛ ਚਾਹੀਦੀਆਂ ਹਨ, ਜਿਨ੍ਹਾਂ ਦਾ ਭਾਰ 28 ਤੋਲੇ ਹੋਵੇ, ਇੰਨਾ ਭਾਰ ਹੋਣਾ ਚਾਹੀਦਾ ਹੈ। ਅਤੇ ਮਾਸੇ ਦਾ ਲੌਂਗ ਮੋਟਾ ਚਾਹੀਦਾ ਹੈ ਅਤੇ ਇੱਕ ਗੱਜ ਮੋਤੀ ਚਾਹੀਦੇ ਹਨ, ਗੱਜ ਮੋਤੀ ਚਾਹੀਦਾ ਹੈ। ਇਹ ਤਿੰਨ ਚੀਜ਼ਾਂ ਮਿਲ ਜਾਣ ਨਾ, ਹੇ ਬਾਦਸ਼ਾਹ, ਤੇਰੇ ਪੁੱਤਰ ਦਾ ਇਲਾਜ ਹੋ ਸਕਦਾ ਹੈ, ਤੇਰਾ ਪੁੱਤਰ ਬਚ ਸਕਦਾ ਹੈ। ਹੁਣ ਬਾਦਸ਼ਾਹ ਨੇ ਆਪਣੇ ਸੇਵਕਾਂ ਨੂੰ ਪਹਿਲਾਂ ਸਾਰੇ ਦੇਸ਼ ਦੇ ਵਿੱਚ ਭੇਜਿਆ ਹੈ, ਨਾ ਪ੍ਰਬੰਧ ਹੋਇਆ। ਫਿਰ ਆਸ-ਪਾਸ ਦੀਆਂ ਹੋਰ ਰਿਆਸਤਾਂ ਜਿਹੜੀਆਂ ਸਨ ਉੱਥੇ ਭੇਜਿਆ ਗਿਆ, ਦੂਸਰੇ ਦੇਸ਼ਾਂ ਤੱਕ ਸੰਪਰਕ ਕੀਤਾ ਗਿਆ, ਪਰ ਇਹ ਚੀਜ਼ਾਂ ਮਿਲੀਆਂ ਨਹੀਂ। ਅਤੇ ਬਾਦਸ਼ਾਹ ਦਾ ਇੱਕ ਵਜ਼ੀਰ ਹੈ, ਉਹਨੂੰ ਇੱਕ ਖਬਰ ਮਿਲੀ ਹੈ ਕਿਸੇ ਸਿੱਖ ਦੇ ਕੋਲੋਂ ਕਿ 7ਵੇਂ ਪਾਤਸ਼ਾਹ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਬਿਰਾਜੇ ਹੋਏ ਹਨ। ਇਹ ਬਾਦਸ਼ਾਹ ਉਹਦੇ ਬਾਦਸ਼ਾਹ ਦੇ ਵਜ਼ੀਰ ਨੂੰ ਆਖਿਆ ਹੈ, ਕਹਿਣ ਲੱਗੇ ਜੇ ਤੁਸੀਂ ਬਾਦਸ਼ਾਹ ਜੀ ਤੱਕ ਪਹੁੰਚ ਕਰੋ, 7ਵੇਂ ਸਤਿਗੁਰਾਂ ਤੱਕ, ਅਤੇ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਉਹਨਾਂ ਨੇ ਬਹੁਤ ਤਗੜਾ ਪ੍ਰਬੰਧ ਕੀਤਾ ਹੋਇਆ ਹੈ। ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਉੱਥੋਂ ਪ੍ਰਾਪਤ ਹੋ ਜਾਂਦੀਆਂ ਹਨ। ਬਹੁਤ ਵੱਡਾ ਉਹਨਾਂ ਦਾ ਦਵਾਈਖਾਨਾ ਹੈ। ਉੱਥੋਂ ਮਨੁੱਖਾਂ ਦਾ ਵੀ ਇਲਾਜ ਹੁੰਦਾ ਹੈ, ਇੱਥੋਂ ਤੱਕ ਕਿ ਪਸ਼ੂ ਪੰਛੀ ਵੀ ਉੱਥੇ ਸਤਿਗੁਰੂ ਜੀ ਇਲਾਜ ਕਰਕੇ ਠੀਕ ਕਰ ਦਿੰਦੇ ਹਨ। ਬੇਸ਼ੁਮਾਰ ਕੀਮਤੀ ਚੀਜ਼ਾਂ, ਉਹ ਚੀਜ਼ਾਂ ਕੀਮਤੀ ਜਿਹੜੀਆਂ ਹੋਰ ਕਿਤੋਂ ਨਹੀਂ ਮਿਲਦੀਆਂ, ਉਹ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਪ੍ਰਬੰਧ ਹੋ ਜਾਂਦਾ। ਜਦੋਂ ਵਜ਼ੀਰ ਨੂੰ ਪਤਾ ਲੱਗਿਆ, ਉਹਨੇ ਜਾ ਕਰਕੇ ਬਾਦਸ਼ਾਹ ਨੂੰ ਬੇਨਤੀ ਕੀਤੀ, ਹੇ ਬਾਦਸ਼ਾਹ,
ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦੇ ਨਾਲ ਸਾਡੇ ਯੁੱਧ ਹੋਏ ਹਨ, 4 ਯੁੱਧ ਪਿਛਲੇ ਸਮੇਂ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਤੋਂ ਬਾਅਦ ਉਹਨਾਂ ਦੇ ਪੋਤਰੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਗੁਰਤਾ ਗੱਦੀ 'ਤੇ ਵਿਰਾਜੇ ਹਨ। ਜੇ ਤੁਸੀਂ ਉਹਨਾਂ ਨੂੰ ਬੇਨਤੀ ਕਰੋ ਤੇ ਇਹ ਪ੍ਰਬੰਧ ਹੋ ਸਕਦਾ ਹੈ। ਬਾਦਸ਼ਾਹ ਨੇ ਫਿਰ ਇੱਕ ਚਿੱਠੀ ਲਿਖੀ ਹੈ ਔਰ ਚਿੱਠੀ ਦੇ ਵਿੱਚ ਆਪਣੇ ਪੁੱਤਰ ਦੀ ਬਿਮਾਰੀ ਦੇ ਇਲਾਜ ਕਰਨ ਦਾ ਯਤਨ ਕੀਤਾ। ਇਹ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ, ਭਾਵੇਂ ਅਸੀਂ ਯੁੱਧ ਕੀਤੇ 6ਵੇਂ ਪਾਤਸ਼ਾਹ ਜੀ ਦੇ ਨਾਲ, ਪਰ ਪਹਿਲੇ ਸਮੇਂ ਦੇ ਵਿੱਚ ਸਾਰੇ ਗੁਰੂਆਂ ਦੇ ਨਾਲ ਸਾਡਾ ਸੰਬੰਧ ਵੀ ਰਿਹਾ ਹੈ, ਪ੍ਰੇਮ ਵੀ ਰਿਹਾ ਹੈ। ਸਮੇਂ ਦੇ ਨਾਲ ਉਹਨਾਂ ਨੇ ਅਨੇਕਾਂ ਆਸ਼ੀਰਵਾਦ ਬਖਸ਼ੇ ਹਨ। ਅੱਜ ਮੇਰਾ ਪੁੱਤਰ ਸਖਤ ਬਿਮਾਰ ਹੈ ਅਤੇ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ। ਮੈਨੂੰ ਪਤਾ ਲੱਗਿਆ ਕਿ ਇੱਥੋਂ ਪ੍ਰਬੰਧ ਹੋ ਸਕਦਾ। ਪਾਤਸ਼ਾਹ ਜੀ ਮਿਹਰ ਕਰੋ, ਪਰਉਪਕਾਰ ਕਰੋ। ਇਹ ਚਿੱਠੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚੀ ਹੈ। ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਸਤਿਗੁਰਾਂ ਨੂੰ ਚਿੱਠੀ ਸੁਣਾਈ ਗਈ ਹੈ ਅਤੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਉਸੇ ਵੇਲੇ ਫਿਰ ਜਦੋਂ ਚਿੱਠੀ ਮਿਲੀ ਹੈ ਅਤੇ ਜੋ ਚਾਹੀਦਾ ਹੈ ਸਤਿਗੁਰਾਂ ਦੇ ਪ੍ਰਬੰਧ ਕਰਨ ਵਾਸਤੇ ਬਾਦਸ਼ਾਹ ਵੱਲ ਕੁਛ ਜੜੀਆਂ ਬੂਟੀਆਂ, ਕੁਛ ਦਵਾਈਆਂ ਹੋਰ ਜਿਹੜੀਆਂ ਤਿਆਰ ਸਨ, ਉਹ ਜਿਵੇਂ ਭੇਜਣ ਦਾ ਹੁਕਮ ਸੇਵਕਾਂ ਦੇ ਨਾਲ ਕੀਤਾ ਹੈ, ਬਚਨ ਕੀਤਾ ਹੈ। ਆਓ ਅਗਲੇਰਾ ਇਤਿਹਾਸ ਭਾਵਨਾ ਸਹਿਤ ਸਰਵਣ ਕਰੀਏ। ਇੱਕ ਵਾਰੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤੇ ਕਾਰਨ ਨਾਨਕੈ ਦੀਨੋ ਮੰਗਵਾਏ। ਔਰ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇੱਕ ਚਿੱਠੀ ਪੜ੍ਹੀ ਗਈ ਹੈ। ਇਹ 7ਵੇਂ ਪਾਤਸ਼ਾਹ ਜੀ, ਅਸੀਂ ਸਾਰਿਆਂ ਥਾਵਾਂ 'ਤੇ ਭਾਲ ਕਰਕੇ ਥੱਕ ਗਏ ਹਾਂ। ਰਾਜਕੁਮਾਰ ਦਾਰਾ ਸ਼ਿਕੋ ਵਾਸਤੇ, ਉਹਦੇ ਇਲਾਜ ਵਾਸਤੇ ਕਿਤੋਂ ਵੀ ਪ੍ਰਬੰਧ ਨਹੀਂ ਹੋਇਆ। ਇਹ 3 ਚੀਜ਼ਾਂ ਚਾਹੀਦੀਆਂ ਹਨ ਅਤੇ ਅਸੀਂ ਸੁਣਿਆ ਹੈ ਤੁਸੀਂ ਕਿਰਪਾ ਕਰ ਸਕਦੇ ਹੋ, ਰਹਿਮਤ ਕਰੋ। ਇਹ ਸਾਰੇ ਕਾਰਨ ਜਾਣ ਕੇ ਇਹ ਲੋੜਾਂ ਹੋਇਆਂ ਅਸੀਂ ਤੁਹਾਡੇ ਪਾਸ ਸੇਵਕ ਇਹਨਾਂ ਕੀਮਤੀ ਵਸਤੂਆਂ ਵਾਸਤੇ ਭੇਜਿਆ ਹੈ। ਔਰ ਫਿਰ 7ਵੇਂ ਪਾਤਸ਼ਾਹ ਜੀ ਨੇ ਆਪਣੇ ਸੇਵਕ ਨੂੰ ਆਗਿਆ ਕੀਤੀ ਹੈ, ਜਿਹੜੇ ਉਹਨਾਂ ਚੀਜ਼ਾਂ ਦੀ ਸੰਭਾਲ ਕਰਨ ਵਾਲੇ ਸਨ, ਕਿ ਭਾਈ ਜਾਓ, ਜਿਸ ਤਰ੍ਹਾਂ ਇਹਨਾਂ ਨੇ ਕਹੀਆਂ ਹਨ ਉਹਨਾਂ ਸਾਰੀਆਂ ਹਰੜਾਂ ਦੇ ਵਿੱਚੋਂ ਤੋਲ ਕੇ, ਅਤੇ ਜਿੰਨੇ ਭਾਰ ਵਾਲੀਆਂ ਜਿਹੋ ਜਿਹੇ ਗੁਣਾਂ ਵਾਲੀਆਂ ਇਹਨਾਂ ਨੂੰ ਹਰੜਾਂ, ਅਤੇ ਉਸੇ ਤਰ੍ਹਾਂ ਲੌਂਗ ਚਾਹੀਦੇ ਹਨ। ਪਾਤਸ਼ਾਹ ਜੀ ਨੇ ਬਚਨ ਕੀਤਾ ਤੋਲ ਦੇ ਵਿੱਚ ਜਿਹੜੇ ਪੂਰੇ ਹੋਣ ਉਹ ਲੈ ਕਰਕੇ ਆਵੋ ਜੀ। ਔਰ ਸਾਰੀ ਸਭਾ ਨੂੰ ਵੀ ਦਿਖਾਓ ਅਤੇ ਤੋਲ ਦੇ ਵਿੱਚ ਚੀਜ਼ਾਂ ਪੂਰੀਆਂ ਲੈ ਕਰਕੇ ਆਵੋ ਜੀ। ਅਤੇ ਬਾਦਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਬੇਨਤੀ ਭੇਜੀ ਹੈ, ਸਹਾਇਤਾ ਮੰਗੀ ਹੈ। ਔਰ ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ, ਸਰਬੱਤ ਦੇ ਭਲੇ ਵਾਲਾ। ਔਰ ਇਸ ਕਰਕੇ ਅਸੀਂ ਬਾਦਸ਼ਾਹ ਦੀ ਜਿਹੜੀ ਮੰਗ ਹੈ ਉਹ ਪੂਰੀ ਕਰਾਂਗੇ। ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਬਾਦਸ਼ਾਹ ਵਾਸਤੇ ਇਹ ਵਸਤੂਆਂ ਲਿਆ ਦਿੱਤੀਆਂ ਜਾਣ। ਔਰ ਹੁਣ ਲਿਆ ਕਰਕੇ ਸੇਵਾਦਾਰ ਨੇ ਉਹ ਸਾਰੀਆਂ ਚੀਜ਼ਾਂ ਜਾਏ ਨਿਕਾਸੀ ਕੋਸ਼ਪਤ ਆਨੀ ਗੁਰ ਪਾਈ, ਖਜ਼ਾਨੇ ਦੇ ਵਿੱਚੋਂ ਜਾਂ ਜਿਹੜੀ ਸਮੱਗਰੀ ਉੱਥੇ ਪਈ ਹੈ, ਵਸਤੂਆਂ ਪਈਆਂ ਹਨ, ਉਹਨਾਂ ਦੇ ਵਿੱਚੋਂ ਲੱਭ ਕੇ ਤੋਲ ਕੇ ਉਹ ਗੁਣ ਦੇਖ ਕਰਕੇ, ਉਹ ਨਿਸ਼ਾਨੀਆਂ ਦੇਖ ਕਰਕੇ, ਜਿਹੋ ਜਿਹੀਆਂ ਚਿੱਠੀ ਦੇ ਵਿੱਚ ਜ਼ਿਕਰ ਹੈ ਉਹੋ ਜਿਹੀਆਂ ਹਰੜਾਂ, ਲੌਂਗ, ਗੱਜ ਮੋਤੀ ਜਿਹੜੇ ਲਿਆ ਕਰਕੇ ਦਿੱਤੇ ਹਨ। ਔਰ ਪਹਿਲਾਂ ਉਹ ਜਿਹੜੀ ਹਰੜਾਂ ਹੈ ਉਹ ਤੋਲੀਆਂ ਗਈਆਂ, ਜਿਹਦਾ ਇੱਕ ਦਾ ਭਾਰ 14 ਸਰਸਾਹੀ, ਕਹਿਣ ਲੱਗੇ ਜਿਹਦਾ ਭਾਰ 28 ਤੋਲੇ ਬਣਦਾ ਹੈ। ਇਸ ਹਿਸਾਬ ਦੇ ਨਾਲ ਚੰਗੀ ਤਰ੍ਹਾਂ ਵਿਚਾਰ ਕੇ ਲਿਆਂਦੀਆਂ ਹਨ। ਪੂਰਨ ਮਾਸੇ ਕੋ ਪਇਓ ਸੋ ਲੌਂਗ ਵਿਸਾਲਾ।
ਔਰ ਇਸੇ ਤਰ੍ਹਾਂ ਲੌਂਗ ਵੀ ਮੋਟਾ ਪੂਰੇ ਮਾਸੇ ਦਾ ਜਿੰਨਾ ਕਿਹਾ ਗਿਆ ਹੈ ਤੋਲ ਦੇ ਵਿੱਚ ਉਤਨਾ ਪੂਰਾ ਹੈ। ਮਨੋ ਪ੍ਰਥਮ ਹੀ ਤੋਲ ਕੈ ਲਾਗੇ ਤਰ ਡਾਲਾ। ਇੰਝ ਲੱਗਦਾ ਹੈ ਜਿਸ ਤਰ੍ਹਾਂ ਪਹਿਲਾਂ ਹੀ ਤੋਲ ਕੇ ਬੜੇ ਢੰਗ ਦੇ ਨਾਲ ਟਾਹਣੀਆਂ ਤੇ ਲਾਈਆਂ ਹੋਣ, ਇਹ ਲਿਆਂਦੀਆਂ ਗਈਆਂ, ਇਹ ਉਸੇ ਤਰ੍ਹਾਂ ਤੋਲ ਦੇ ਵਿੱਚ ਪੂਰੀਆਂ ਸਨ। ਔਰ ਇੱਕ ਗੱਜ ਮੋਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਿਆ ਕਰਕੇ ਰੱਖਿਆ, ਜਿਹਦੇ ਵਰਗਾ ਹੋਰ ਕੋਈ ਨਹੀਂ ਹੈ। ਤੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਕੁਝ ਸੇਵਕਾਂ ਨੇ ਬੇਨਤੀ ਕੀਤੀ ਹੈ, ਪੁੱਛਿਆ ਹੈ, ਬੂਝਨ ਹਿਤ ਸਭ ਸਭਾ ਨੇ ਇਮਬਾਕ ਬਖਾਨਾ। ਗੁਰੂ ਕੇ ਚਰਨਾਂ ਦੇ ਵਿੱਚ ਕੁਝ ਸੇਵਾਦਾਰਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ। ਕਹਿਣ ਲੱਗੇ, ਹੇ ਪਾਤਸ਼ਾਹ, ਇਹ ਬਾਦਸ਼ਾਹ ਨੇ ਜਿਹੜੀਆਂ ਚੀਜ਼ਾਂ ਦੀ ਮੰਗ ਕੀਤੀ ਹੈ, ਇਹਨਾਂ ਦੇ ਵਿੱਚ ਕੀ ਐਸੇ ਗੁਣ ਹਨ, ਕਾਦੇ ਕਰਕੇ ਇਹ ਇਤਨੀਆਂ ਜ਼ਰੂਰੀ ਹਨ, ਕਿਸ ਬਿਮਾਰੀ ਤੇ ਕੰਮ ਕਰਦੀਆਂ ਹਨ। ਆਖਰਕਾਰ ਬਾਦਸ਼ਾਹ ਦੇ ਇਤਨੇ ਹਕੀਮ ਜਿਹੜੇ ਹਨ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਪਈ ਹੈ। ਬਾਦਸ਼ਾਹ ਦੇ ਸੁਪੁੱਤਰ ਨੂੰ ਕੀ ਰੋਗ ਹੈ? ਸਤਿਗੁਰੂ ਜੀ ਸਾਰੀ ਸੰਗਤ ਦੇ ਨਾਲ ਸਾਂਝਾ ਕਰੋ। ਕੁਝ ਸੇਵਕਾਂ ਨੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਇਹ ਪਾਤਸ਼ਾਹ ਜੀ, ਇਹ ਵਸਤੂਆਂ ਇਤਨੀਆਂ ਅਮੋਲਕ ਕਿਵੇਂ ਹਨ, ਕਿਹੜੀ ਕਿਹੜੀ ਬਿਮਾਰੀ ਤੇ ਕੰਮ ਕਰਦੀਆਂ ਹਨ? ਸਤਿਗੁਰੂ ਜੀ, ਅਦਭੁਤੰ, ਇਹ ਇਤਨੀਆਂ ਕੀਮਤੀ, ਇਤਨੀਆਂ ਦੁਰਲੱਭ ਹਨ, ਇਹ ਕਿਵੇਂ ਕਿਵੇਂ ਸਤਿਗੁਰੂ ਜੀ ਕੰਮ ਆਉਣਗੀਆਂ? ਸਾਰੀ ਸੰਗਤ ਵੀ ਬੇਨਤੀ ਕਰਦੀ ਹੈ, ਸਾਡੀ ਵੀ ਸਮਝ ਦੇ ਵਿੱਚ ਪੈ ਜਾਵੇ। ਪਾਤਸ਼ਾਹ ਜੀ ਸੁਣਾਵੋ ਜੀ। ਤੇ ਸਤਿਗੁਰਾਂ ਨੇ ਉਹਨਾਂ ਸੇਵਕਾਂ ਦੀ ਬੇਨਤੀ ਸੁਣ ਕੇ ਸਾਰੀ ਸਭਾ ਦੇ ਵਿੱਚ ਇਸ ਤਰ੍ਹਾਂ ਕੁਝ ਬਚਨ ਕਹੇ ਹਨ। ਕਹਿਣ ਲੱਗੇ, ਕੁਝ ਪੇਟ ਦੇ ਵਿੱਚ ਰੋਗ ਪੈਦਾ ਹੋ ਜਾਂਦੇ ਹਨ। ਸਤਿਗੁਰਾਂ ਨੇ ਬਚਨ ਕੀਤਾ, ਉਧਰ ਰੋਗ ਜੇਤਕ ਹੈ। ਪੇਟ ਦੇ ਜਿੰਨੇ ਵੀ ਰੋਗ ਹਨ, ਨਰ ਕੀ ਸ਼ੁੱਧ ਹਨ ਹੈ। ਪੇਟ ਦੇ ਵਿੱਚ ਕੋਈ ਰੋਗ ਪੈਦਾ ਹੋ ਜਾਵੇ ਤਾਂ ਉਹਦੇ ਨਾਲ ਭੁੱਖ ਲੱਗਣੋਂ ਵੀ ਹਟ ਜਾਂਦੀ ਹੈ, ਅਤੇ ਕਈ ਤਰ੍ਹਾਂ ਦੀਆਂ ਪੀੜਾਂ ਅਤੇ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਸਤਿਗੁਰਾਂ ਨੇ ਬਚਨ ਕੀਤਾ, ਪੇਟ ਦੇ ਜਿੰਨੇ ਵੀ ਰੋਗ ਹੁੰਦੇ ਹਨ, ਕਈ ਵਾਰੀ ਬੰਦਾ ਸੰਸਾਰ ਦੇ ਵਿੱਚ ਜਦੋਂ ਕੁਝ ਛਕਦਾ ਹੈ, ਖਾਂਦਾ ਹੈ ਇੱਧਰੋਂ ਉੱਧਰੋਂ, ਅਤੇ ਕੁਝ ਚੀਜ਼ਾਂ ਅਜਿਹੀਆਂ ਹਨ ਜਿਹੜੀਆਂ ਪਚਦੀਆਂ ਨਹੀਂ, ਜਾਂ ਕੁਝ ਚੀਜ਼ ਅਜਿਹੀ ਅਚਾਨਕ ਭੁਲੇਖੇ ਨਾਲ ਖਾਧੀ ਜਾਂਦੀ ਹੈ, ਜਿਹੜੀ ਫਿਰ ਜਾ ਕਰਕੇ ਅੰਦਰ ਨਾ ਤਾਂ ਉਹ ਪਚਦੀ ਹੈ ਅਤੇ ਨਾ ਫਿਰ ਉਹ ਸਰੀਰ ਨੂੰ ਤੰਦਰੁਸਤ ਰਹਿਣ ਦਿੰਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਜਿਵੇਂ ਰਾਜਕੁਮਾਰ ਦਾਰਾ ਸ਼ਿਕੋ ਨੂੰ ਖਾਣੇ ਦੇ ਵਿੱਚ ਮਿਲਾ ਕਰਕੇ ਸ਼ੇਰ ਦੀ ਮੁੱਛ ਦਾ ਵਾਲ ਅਤੇ ਕੁਝ ਚੀਜ਼ਾਂ ਦਿੱਤੀਆਂ ਗਈਆਂ ਸਨ, ਜਿਹਦੇ ਨਾਲ ਉਹਦਾ ਸਰੀਰ, ਉਹਦਾ ਪੇਟ ਖਰਾਬ ਹੋ ਗਿਆ ਹੈ। ਕੁਝ ਖਾਧਾ ਨਹੀਂ ਜਾਂਦਾ, ਕੁਝ ਪਚਦਾ ਨਹੀਂ ਹੈ, ਔਰ ਕਈ ਦਿਨਾਂ ਤੋਂ ਮੰਜੇ 'ਤੇ ਪਿਆ ਹੋਇਆ ਹੈ ਅਤੇ ਸਰੀਰ ਪਤਲਾ ਹੋਈ ਜਾ ਰਿਹਾ ਹੈ। ਸਤਿਗੁਰਾਂ ਨੇ ਬਚਨ ਕੀਤਾ, ਬੰਦਾ ਕਈ ਵਾਰੀ ਖਾਣੇ ਦੇ ਵਿੱਚ ਅਜਿਹਾ ਕੁਛ ਖਾ ਬੈਠਦਾ ਹੈ ਜਿਹੜਾ ਅਤ ਦੁਖਦਾਈ ਹੁੰਦਾ ਹੈ, ਜਿਹਦੇ ਖਾਣ ਕਰਕੇ ਪੇਟ ਦੇ ਵਿੱਚ ਫਿਰ ਕੁਛ ਵੀ ਪਚਦਾ ਨਹੀਂ ਹੈ। ਤੇ ਜਦੋਂ ਕੁਝ ਦਿਨ ਉਹ ਵਸਤੂ ਜਿਹੜੀ ਨਾ ਪਚਣਯੋਗ ਹੋਵੇ ਤੇ ਪੇਟ ਦੇ ਵਿੱਚ ਉਹ ਟਿਕ ਜਾਏ, ਕੁਝ ਦਿਨ ਰੁਕ ਜਾਏ, ਤੇ ਫਿਰ ਜਦੋਂ ਉਹ ਕਈ ਦਿਨ ਅੰਦਰ ਰਹਿੰਦੀ ਹੈ ਤੇ ਫਿਰ ਕੋਈ ਨਾ ਕੋਈ ਵੱਡਾ ਜਿਹੜਾ ਰੋਗ ਹੈ ਅੰਦਰ ਪੈਦਾ ਹੋ ਜਾਂਦਾ ਹੈ। ਅੰਦਰ ਹੋਰ ਕਈ ਤਰ੍ਹਾਂ ਦੇ ਰੋਗ ਮਨੁੱਖ ਦੇ ਅੰਦਰ ਜਨਮ ਲੈ ਲੈਂਦੇ ਹਨ। ਔਰ ਸਤਿਗੁਰਾਂ ਨੇ ਫਿਰ ਬਚਨ ਕੀਤਾ, ਇਹ ਜਿਹੜੀਆਂ ਚੀਜ਼ਾਂ ਹਨ ਇਹਨਾਂ ਨੂੰ ਦੋ ਤਰੀਕਿਆਂ ਦੇ ਨਾਲ ਵਰਤਿਆ ਜਾਂਦਾ। ਇੱਕ ਤਾਂ ਮੁੱਠ ਦੇ ਵਿੱਚ ਰੱਖ ਕੇ ਤੇ ਮੁੱਠ ਮੀਟ ਲਈ ਜਾਵੇ, ਲੰਮਾ ਸਮਾਂ ਪਕੜੀ ਜਾਵੇ, ਤੇ ਉਹਦੇ ਨਾਲ ਵੀ ਕੁਝ ਸਮੇਂ ਬਾਅਦ ਇਹਨਾਂ ਦੀ ਗਰਮਾਇਸ਼ ਦੇ ਨਾਲ ਜਦੋਂ ਇਹ ਕੰਮ ਕਰਦੀਆਂ ਹਨ ਤੇ ਪੇਟ ਜਿਹੜਾ ਹੈ ਉਹ ਸਾਫ਼ ਹੋ ਜਾਂਦਾ ਹੈ। ਤੇ ਦੂਸਰਾ ਤਰੀਕਾ ਵਰਤਣ ਦਾ,
ਇਹਨਾਂ ਨੂੰ ਇਹਦੀਆਂ ਦਵਾਈਆਂ ਬਣਾ ਕਰਕੇ ਵੀ ਸੇਵਨ ਕੀਤਾ ਜਾਂਦਾ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ, ਸੋ ਰੋਗੀ ਲੈ ਹਾਥ ਮਹੋ ਲਾਗੇ ਹੈ ਅਤ ਸਾਰਾ। ਜਦੋਂ ਅਤਿਅੰਤ ਰੋਗੀ ਦੁਖੀ ਹੋਵੇ, ਹੱਥ ਦੇ ਵਿੱਚ ਇਹਨਾਂ ਨੂੰ ਲੈ ਕਰਕੇ ਜਦੋਂ ਬੈਠਦਾ ਹੈ, ਸਰਬ ਉਦਰ ਤੇ ਚਰ ਪਰੈ, ਕੁਛ ਹੋਏ ਨਾ ਪਾਰਾ। ਤੇ ਕਹਿਣ ਲੱਗੇ ਜਿਹੜਾ ਪੇਟ ਹੈ, ਜਿਹੜਾ ਉਹਦੇ ਵਿੱਚ ਅਜਿਹੀਆਂ ਕੁਝ ਚੀਜ਼ਾਂ ਹਨ, ਉਹ ਸਾਰੀਆਂ ਨਿਕਲ ਜਾਂਦੀਆਂ ਹਨ, ਪੇਟ ਸਾਫ਼ ਹੋ ਜਾਂਦਾ ਹੈ। ਇਸ ਵਾਸਤੇ ਇਹ ਚੀਜ਼ਾਂ, ਪੇਟ ਦੀ ਸਫਾਈ ਵਾਸਤੇ ਇਹ ਚੀਜ਼ਾਂ ਵੈਦ ਹਕੀਮ ਵਰਤਦੇ ਹਨ। ਜਬ ਲਗ ਅੰਤਰ ਕਸਰ ਹੈ, ਤਬ ਲਗ ਕਰ ਧਾਰੈ। ਜਦੋਂ ਤੱਕ ਸਰੀਰ ਦੇ ਵਿੱਚ ਕਸਰ ਜਾਪੇ, ਸਰੀਰ ਰੋਗੀ ਲੱਗੇ, ਅੰਦਰ ਕੋਈ ਦਰਦ ਹੋ ਰਹੀ ਹੈ ਜਾਂ ਕੁਝ ਖਾਧਾ ਪੀਤਾ ਪਚ ਨਹੀਂ ਰਿਹਾ, ਉਤਨਾ ਚਿਰ ਗੱਜ ਮੋਤੀ ਜਿਹੜਾ ਹੱਥ ਦੇ ਵਿੱਚ ਪਕੜੀ ਰੱਖੇ, ਜਾਂ ਇਹਨਾਂ ਚੀਜ਼ਾਂ ਨੂੰ ਪੀ ਕੇ ਹੱਥ ਦੇ ਵਿੱਚ ਪਕੜ ਲਵੇ। ਤੇ ਇਸ ਤਰ੍ਹਾਂ ਲੰਬਾ ਸਮਾਂ ਪਕੜਨ ਦੇ ਨਾਲ ਆਰਾਮ ਵੀ ਮਿਲਦਾ ਹੈ, ਤੇ ਕੁਝ ਸਮੇਂ ਬਾਅਦ ਫਿਰ ਅੰਦਰ ਅਜਿਹੀਆਂ ਚੀਜ਼ਾਂ ਉਹਨਾਂ ਦਾ ਨਿਕਾਸ ਹੋ ਜਾਂਦਾ ਹੈ, ਉਹ ਨਿਕਲ ਜਾਂਦੀਆਂ ਹਨ। ਤੇ ਕੁਝ ਸਮੇਂ ਬਾਅਦ ਉਹ ਚੀਜ਼ਾਂ ਜਿਹੜੀਆਂ ਨਾ ਪਚਣਯੋਗ ਸਨ, ਜੇ ਅੰਦਰ ਕੋਈ ਚਲੇ ਗਈ ਹੈ ਤੇ ਉਹ ਨਿਕਲ ਜਾਏਗੀ। ਤੇ ਸਤਿਗੁਰਾਂ ਨੇ ਬਚਨ ਕੀਤਾ, ਫਿਰ ਮਨੁੱਖ ਨੂੰ ਭੁੱਖ ਵੀ ਲੱਗਣ ਲੱਗ ਜਾਏਗੀ ਤੇ ਸਾਰਾ ਕੁਝ ਪਚਣ ਵੀ ਲੱਗ ਜਾਏਗਾ। ਇਹਨਾਂ ਚੀਜ਼ਾਂ ਦੇ ਨਾਲ ਸਰੀਰ ਦੀ ਸਫਾਈ ਹੋ ਜਾਂਦੀ ਹੈ। ਹੋਏ ਆਰੋਗ ਜਾਗੇ ਸ਼ੁਦਾ ਸੰਕਟ ਨਿਰਵਾਰੈ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ, ਇਸ ਤਰ੍ਹਾਂ ਜਿਹੜਾ ਸੰਕਟ ਹੈ ਉਹ ਮਿਟ ਜਾਂਦਾ ਹੈ। ਤੇ ਸਤਿਗੁਰਾਂ ਨੇ ਅੱਗੇ ਬਚਨ ਕੀਤਾ, ਬਹੁਤ ਸਾਰੇ ਸਰੀਰ ਦੇ ਇਹੋ ਜਿਹੇ ਰੋਗ ਹਨ, ਬਹੁਤ ਸਾਰੇ, ਜਿਹੜਾ ਗਲਤ ਕੁਝ ਖਾਣ ਕਰਕੇ ਜਾਂ ਅਚਾਨਕ ਸਰੀਰ ਦੇ ਅੰਦਰ ਜਾਣ ਕਰਕੇ ਪੈਦਾ ਹੁੰਦੇ ਹਨ। ਪੇਟ ਦੇ ਵਿੱਚੋਂ ਸਾਰੇ ਜਿਹੜੇ ਰੋਗ ਹਨ, ਇਹਨਾਂ ਦਾ ਮੁੱਢ ਜਿਹੜਾ ਹੈ ਉਹ ਗਲਤ ਤਰੀਕੇ ਦਾ ਖਾਣਾ, ਕੁਝ ਇਸ ਤਰ੍ਹਾਂ ਦਾ ਅੰਦਰ ਚਲੇ ਜਾਣਾ ਹੈ। ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ, ਜਗ ਮੈਂ ਰੋਗ ਅਨੇਕ ਹੈ, ਅਨੇਕ ਜੇ ਹੈ ਮੂਲ ਹੈ ਸੋਈ। ਮੂਲ ਇਹੀ ਹੈ, ਮੁੱਢ ਇਹੀ ਹੈ, ਜਦੋਂ ਅੰਦਰੋਂ ਚੀਜ਼ ਪਚਦੀ ਨਹੀਂ ਹੈ ਤੇ ਉਹਦੇ ਨਾਲ ਕਈ ਤਰ੍ਹਾਂ ਦੇ ਵੱਡੇ ਰੋਗ, ਭਿਆਨਕ ਖਤਰਨਾਕ ਰੋਗ ਅੰਦਰ ਜਨਮ ਲੈ ਲੈਂਦੇ ਹਨ। ਔਰ ਫਿਰ ਸਰੀਰ ਨੂੰ ਅਤਿਅੰਤ ਦੁਖੀ ਕਰਦੇ ਹਨ। ਕਈ ਤਰ੍ਹਾਂ ਦੇ ਫਿਰ ਇਸ ਰੋਗ, ਜਦੋਂ ਅੰਦਰ ਕੋਈ ਖਾਧੀ ਹੋਈ ਚੀਜ਼ ਪਚਦੀ ਨਹੀਂ ਹੈ ਤੇ ਬੇਅੰਤ ਤਰ੍ਹਾਂ ਦੇ ਰੋਗ, ਅਨੇਕਾਂ ਤਰ੍ਹਾਂ ਦੇ ਅੰਦਰ ਹੋਰ ਪੈਦਾ ਹੋ ਜਾਂਦੇ ਹਨ। ਸਤਿਗੁਰਾਂ ਨੇ ਸਾਰੀ ਸੰਗਤ ਨੂੰ ਇਹ ਗੱਲ ਸਭਾ ਦੇ ਵਿੱਚ ਸਮਝਾਈ ਹੈ। ਔਰ ਇਹ ਸਤਿਗੁਰਾਂ ਨੇ ਬਚਨ ਕੀਤਾ, ਹਰੜਾ ਤੇ ਲੌਂਗ ਤੇ ਗੱਜ ਮੋਤੀ, ਇਹ ਦੋ ਤਰ੍ਹਾਂ ਦੇ ਨਾਲ ਕੰਮ ਕਰਦੇ ਹਨ। ਇਹਦੇ ਨਾਲ ਉਪਚਾਰ, ਇਲਾਜ ਹੁੰਦਾ ਹੈ। ਤੇ ਜਿਹੜੇ ਸਿਆਣੇ ਵੈਦ ਹਨ, ਜਿਹੜੇ ਸਿਆਣੇ ਹਕੀਮ ਹੁੰਦੇ ਹਨ, ਉਹ ਫਿਰ ਜਦੋਂ ਕੋਈ ਇਸ ਤਰ੍ਹਾਂ ਦਾ ਰੋਗੀ ਮਿਲਦਾ ਹੈ, ਆਉਂਦਾ ਹੈ, ਤੇ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹਨ, ਇਹ ਦਿੰਦੇ ਹਨ, ਜਿਹਦੇ ਕਰਕੇ ਫਿਰ ਸਰੀਰ ਨੂੰ ਆਰਾਮ ਮਿਲਦਾ ਹੈ ਤੇ ਸਰੀਰ ਸਾਫ਼ ਹੁੰਦਾ ਹੈ। ਸਿਆਣੇ ਵੈਦ ਹਕੀਮ ਇਹਨਾਂ ਚੀਜ਼ਾਂ ਨੂੰ ਵਰਤ ਕੇ ਤੇ ਰੋਗੀ ਦਾ ਭਲਾ ਕਰਦੇ ਹਨ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਿ ਵਾਈ ਦੇ ਨਾਲ ਨਾ ਪਚਣ ਯੋਗ ਹਾਲਤ ਦੇ ਵਿੱਚ ਤੇ ਖਾਂਸੀ ਦੇ ਨਾਲ ਅਨੇਕਾਂ ਤਰ੍ਹਾਂ ਦੀਆਂ, ਪੇਟ ਦੇ ਵਿੱਚੋਂ ਹੋਰ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਇਨਸਾਨ ਨੂੰ ਲੱਗਦੀਆਂ ਹਨ, ਅੰਦਰ ਪੈਦਾ ਹੋ ਜਾਂਦੀਆਂ ਹਨ। ਔਰ ਸਾਰੀਆਂ ਬਿਮਾਰੀਆਂ ਦਾ ਮੁੱਢ ਇਹੀ ਹੈ, ਮਨੁੱਖ ਦਾ ਗਲਤ ਤਰੀਕੇ ਦਾ ਛਕਣਾ, ਤੇ ਉਹਦੇ ਵਿੱਚੋਂ ਹੀ ਰੋਗ ਪੈਦਾ ਹੁੰਦੇ ਹਨ। ਤੇ ਜਦੋਂ ਇਸ ਤਰ੍ਹਾਂ ਇਹ ਲੌਂਗ ਇਤਨੀ ਤੋਲ ਵਾਲੇ, ਇਤਨੇ ਗੁਣਾਂ ਵਾਲੇ ਮਿਲ ਜਾਣ, ਇਹ ਇਸ ਦਾ ਸਹੀ ਇਲਾਜ ਹੈ। ਇਹਦੇ ਨਾਲ ਇਸ ਤਰ੍ਹਾਂ ਦਾ ਰੋਗ ਝੱਟ ਠੀਕ ਹੋ ਜਾਂਦਾ ਹੈ।
ਔਰ ਕਹਿਣ ਲੱਗੇ ਭਾਈ ਤੇ ਇਹ ਸਾਰੇ ਜਿਹੜੇ ਹੋਰ ਰੋਗ ਹਨ ਇਹ ਸਰੀਰ ਦੇ ਵਿੱਚੋਂ ਨਾਸ਼ ਹੋ ਜਾਂਦੇ ਹਨ, ਦੁੱਖ ਮਿਟ ਜਾਂਦਾ ਹੈ। ਈਸਰ ਗਜ ਮੁਕਤਾ ਮਹਾ ਇਸਕੇ ਸਮ ਆਨਾ। ਔਰ ਗੱਜ ਮੋਤੀ ਜਿਹੜਾ ਤੀਸਰੀ ਚੀਜ਼ ਹੈ ਇਹਦੇ ਵਰਗੀ ਵੀ ਹੋਰ ਦੁਨੀਆ ਦੇ ਵਿੱਚ ਕੋਈ ਵਸਤੂ ਨਹੀਂ ਹੈ। ਨਹੀਂ ਕਹੀਂ ਇਸ ਦੇਸ਼ ਮੈਂ ਦੁੱਧ ਦਮਕ ਮਹਾਨਾ। ਔਰ ਇਸ ਮੋਤੀ ਵਰਗਾ ਹੋਰ ਕਿਧਰੇ ਵੀ ਨੇੜੇ ਤੇੜੇ ਕਿਸੇ ਦੇ ਕੋਲ ਮੋਤੀ ਨਹੀਂ ਹੈ। ਇਹ ਬੜਾ ਗੁਣੀ ਤੇ ਬੇਸ਼ੁਮਾਰ ਕੀਮਤੀ ਹੈ। ਔਰ ਇਹਦੀ ਗੁਲਾਈ ਬੜੀ ਖੂਬਸੂਰਤ ਹੈ ਤੇ ਇਹਦੀ ਬਹੁਤ ਸੁੰਦਰ ਚਮਕ ਹੈ। ਔਰ ਜਿੱਥੇ ਇਹਨੂੰ ਪਰੋ ਕਰਕੇ ਧਾਗੇ ਦੇ ਵਿੱਚ ਗਲ ਦੇ ਵਿੱਚ ਪਾਇਆ ਜਾਂਦਾ ਹੈ ਉੱਥੇ ਇਹ ਕਈ ਤਰ੍ਹਾਂ ਦੇ ਰੋਗਾਂ ਨੂੰ ਵੀ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ। ਵੱਡੇ ਵੱਡੇ ਰਾਜੇ ਤੇ ਮਹਾਰਾਜੇ ਗੱਜ ਮੋਤੀ ਜਿਹੜਾ ਹੈ ਉਹਨੂੰ ਦੇ ਵਿੱਚ ਪਾ ਕਰਕੇ, ਮਾਲਾ ਦੇ ਵਿੱਚ ਪਾ ਕਰਕੇ ਦੂਜੇ ਮੋਤੀਆਂ ਦੇ ਵਿੱਚ ਅਤੇ ਗਲੇ ਦੇ ਵਿੱਚ ਸਜਾ ਲੈਂਦੇ ਹਨ। ਇੱਕ ਤਾਂ ਇਹਨੂੰ ਪਾਉਣ ਦੇ ਨਾਲ ਗਹਿਣਿਆਂ ਦੀ ਖੂਬਸੂਰਤੀ ਬੜੀ ਵੱਧ ਜਾਂਦੀ ਹੈ ਤੇ ਦੂਸਰਾ ਇਹ ਐਸਾ ਗੁਣੀ ਹੈ ਨਾਲ ਲੱਗਿਆ ਰਹੇ ਤੇ ਕਈ ਤਰ੍ਹਾਂ ਦੇ ਜਿਹੜੇ ਰੋਗ ਉਹ ਮਿਟ ਜਾਂਦੇ ਹਨ। ਰੋਗ ਵੀ ਮਿਟਾਉਂਦਾ ਹੈ ਤੇ ਮਨੁੱਖ ਦੀ ਖੂਬਸੂਰਤੀ ਸ਼ਾਨ ਵੀ ਵਧਾਉਂਦਾ ਹੈ ਤੇ ਇਸ ਤਰ੍ਹਾਂ ਇਹਦੀ ਵਰਤੋਂ ਕੀਤੀ ਜਾਂਦੀ ਹੈ। ਔਰ ਤਿੰਨੇ ਹੀ ਇਹ ਦੁਰਲੱਭ ਵਸਤੂਆਂ ਹਨ ਜਿਹੜੀਆਂ ਬਾਦਸ਼ਾਹ ਨੂੰ ਹੋਰ ਕਿਤੋਂ ਵੀ ਪ੍ਰਾਪਤ ਨਹੀਂ ਹੋ ਰਹੀਆਂ ਤੇ ਬੇਨਤੀ ਲਿਖ ਕੇ ਇੱਥੇ ਬਾਦਸ਼ਾਹ ਨੇ ਭੇਜੀ ਹੈ। ਔਰ ਸਾਰਿਆਂ ਥਾਵਾਂ ਤੋਂ ਬਾਦਸ਼ਾਹ ਨੇ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਹੈ, ਥੱਕ ਗਏ ਹਾਂ, ਅਸੀਂ ਹਾਰ ਗਏ ਹਾਂ, ਇੰਨੇ ਤੋਲ ਵਾਲੀਆਂ ਇਹ ਚੀਜ਼ਾਂ ਤੇ ਗੱਜ ਮੋਤੀ ਸਾਨੂੰ ਕਿਤੋਂ ਵੀ ਪ੍ਰਾਪਤ ਨਹੀਂ ਹੋਇਆ ਹੈ। ਔਰ ਫਿਰ ਉਸਨੇ ਬੇਨਤੀ ਲਿਖ ਕੇ ਭੇਜੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਘਰ ਹਮੇਸ਼ਾ ਹੀ ਪਰਉਪਕਾਰੂ ਹੈ, ਪਰਉਪਕਾਰੀ ਹੈ। ਇੱਥੇ ਹਰੇਕ ਲੋੜਵੰਦ ਦੀ ਆਸਾ ਪੂਰੀ ਹੁੰਦੀ ਹੈ ਤੇ ਬਾਦਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਮਦਦ ਲੈਣ ਦੀ ਬੇਨਤੀ ਭੇਜੀ ਹੈ, ਆਪਣਾ ਸੇਵਕ ਭੇਜਿਆ ਹੈ। ਔਰ ਇਹ ਵਸਤੂਆਂ ਇਸ ਕਰਕੇ ਬਾਦਸ਼ਾਹ ਦੇ ਪੁੱਤਰ ਦਾਰਾ ਸ਼ਕੋਹ ਦੇ ਇਲਾਜ ਵਾਸਤੇ ਦਿੱਤੀਆਂ ਜਾ ਰਹੀਆਂ ਹਨ। ਔਰ ਗੁਰੂ ਨਾਨਕ ਦੇਵ ਜੀ ਦਾ ਘਰ ਐਸਾ ਹੈ ਜਿਹੜਾ ਵੀ ਨਿਮਾਣਾ ਹੋ ਕਰਕੇ, ਪ੍ਰੀਤ ਧਾਰਨ ਕਰਕੇ, ਪ੍ਰੇਮ ਧਾਰਨ ਕਰਕੇ ਆਉਂਦਾ ਹੈ ਨਾ, ਉਹ ਕਦੇ ਨਿਰਾਸ਼ਾ ਨਹੀਂ ਵਰਤਦਾ, ਉਹਦੀ ਭਾਵਨਾ ਕਦੇ ਅਧੂਰੀ ਨਹੀਂ ਰਹਿੰਦੀ। ਤੇ ਜੇ ਕੋਈ ਚੜ੍ਹਾਈ ਕਰਕੇ ਆਵੇ, ਉੱਚਾ ਹੋ ਕੇ ਆਵੇ ਤੇ ਉਹਦੇ ਨਾਲ ਉਹੋ ਜਿਹਾ ਸਲੂਕ ਕੀਤਾ ਜਾਂਦਾ ਹੈ। ਬਾਦਸ਼ਾਹ 4 ਵਾਰੀ ਸੈਨਾ ਚੜ੍ਹ ਕੇ ਆਈ ਹੈ, ਹਮਲਾ ਕੀਤਾ ਹੈ, ਜੰਗ ਕੀਤਾ ਹੈ, ਹਾਰ ਕੇ ਗਏ ਹਨ। ਉੱਚੇ ਹੋ ਕਰਕੇ ਆਏ, ਹਾਰ ਕੇ ਗਏ। ਅੱਜ ਬਾਦਸ਼ਾਹ ਨੇ ਬੜੇ ਨੀਵੇਂ ਹੋ ਕਰਕੇ ਨਿਮਰਤਾ ਭਰੇ ਲਹਿਜੇ ਦੇ ਵਿੱਚ ਚਿੱਠੀ ਲਿਖ ਕੇ ਭੇਜੀ ਹੈ ਤੇ ਜਿਹੜਾ ਨੀਵਾ ਹੋ ਕਰਕੇ ਆਵੇ, ਆਪਸ ਕਉ ਜੋ ਜਾਣੇ ਨੀਚਾ ਸੋ ਗਣੀਏ ਸਭ ਤੋਂ ਉੱਚਾ। ਜਦੋਂ ਕੋਈ ਝੁਕ ਜਾਵੇ, ਜਦੋਂ ਕੋਈ ਨਿਮਰਤਾ ਦੇ ਵਿੱਚ ਆ ਜਾਵੇ, ਉਹਦੇ ਤੇ ਪਰਉਪਕਾਰ ਕਰਨਾ ਬਣਦਾ ਹੈ। ਜਦੋਂ ਕੋਈ ਬੇਨਤੀ ਕਰੇ, ਅੱਜ ਬਾਦਸ਼ਾਹ ਨੇ ਨਿਮਰਤਾ ਦੇ ਵਿੱਚ ਕੇ ਬੇਨਤੀ ਕਰਨ ਵਾਸਤੇ, ਆਪਣਾ ਇਹ ਜ਼ਰੂਰੀ ਵਸਤੂਆਂ ਲੈਣ ਵਾਸਤੇ ਬਾਦਸ਼ਾਹ ਨੇ ਬੇਨਤੀ ਕੀਤੀ ਹੈ। ਔਰ ਇਸ ਤਰ੍ਹਾਂ ਬਾਦਸ਼ਾਹ ਦੇ ਗੁਣ ਦੇਖਦਿਆਂ ਹੋਇਆਂ ਕਿ ਝੁੱਕ ਕੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਫਰਿਆਦ ਕੀਤੀ ਹੈ, ਸੇਵਕ ਭੇਜਿਆ ਹੈ ਕਿ ਹੇ ਪਾਤਸ਼ਾਹ, ਮੇਰੇ ਸੁਪੁੱਤਰ ਵਾਸਤੇ ਕਿਤੋਂ ਵੀ ਇਹ ਚੀਜ਼ਾਂ ਪ੍ਰਾਪਤ ਨਹੀਂ ਹੋਈਆਂ, ਤੁਸੀਂ ਦੇ ਦਿਓ। ਤੇ ਸਤਿਗੁਰਾਂ ਨੇ ਬਚਨ ਕੀਤਾ, ਇਮ ਕਹਿ ਗੁਣ ਉਮਰਾਵ ਕੋ ਤਤ ਛਿਨ ਤ੍ਰੈ ਦੀਨੀ। ਸਤਿਗੁਰਾਂ ਨੇ ਬਚਨ ਕੀਤਾ, ਇਸ ਤਰ੍ਹਾਂ ਬਾਦਸ਼ਾਹ ਦੇ ਨਿਮਰਤਾ ਵਾਲਾ ਸੁਭਾਅ ਦੇਖ ਕਰਕੇ ਅਸੀਂ ਝਾਟੀ ਇਹ ਵਸਤੂਆਂ ਦੇ ਦਿੱਤੀਆਂ ਹਨ। ਔਰ ਇਸ ਪਰਉਪਕਾਰ ਦੇ ਕਰਕੇ ਸਾਰੇ ਪਾਸੇ ਸਤਿਗੁਰਾਂ ਦੀ ਸੰਗਤ ਵਿੱਚ ਬਹੁਤ ਵੱਡੀ ਮਹਿਮਾ ਹੋਈ ਹੈ ਕਿ ਸਤਿਗੁਰਾਂ ਦਾ ਸੁਭਾਅ ਇਤਨਾ ਦਿਆਲੂ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਉਹਦੇ ਤੇ ਵੀ ਪਰਉਪਕਾਰ ਕਰ ਰਹੇ ਹਨ, ਜਿਹਨੇ 4 ਵਾਰੀ ਵੱਡੀ ਸੈਨਾ ਭੇਜੀ ਹੈ, ਜੰਗ ਕੀਤੇ ਹਨ
ਤੇ ਬੜੀ ਆਕੜ ਦੇ ਵਿੱਚ ਤੇ ਹੰਕਾਰ ਦੇ ਵਿੱਚ ਰਿਹਾ ਹੈ। ਦੇਖੋ ਉਹਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਝੁਕਣਾ ਪਿਆ ਹੈ, ਚਿੱਠੀ ਲਿਖ ਕੇ ਭੇਜੀ ਹੈ, ਔਰ ਫਿਰ 7ਵੇਂ ਪਾਤਸ਼ਾਹ ਜੀ ਨੇ ਵੀ ਪਰਉਪਕਾਰ ਕੀਤਾ ਹੈ। ਔਰ ਜਿਹੜਾ ਬਾਦਸ਼ਾਹ ਦਾ ਅਹਿਲਕਾਰ ਹੈ, ਕੁਝ ਕੁ ਸੈਨਿਕ ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਏ ਸਨ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ, 7ਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਹ ਤਿੰਨੇ ਵਸਤੂਆਂ ਜਿਹੜੀਆਂ ਦੇ ਦਿੱਤੀਆਂ ਤੇ ਕੁਝ ਹੋਰ ਜਿਹੜੀਆਂ ਤਿਆਰ ਜੜੀਆਂ ਬੂਟੀਆਂ ਸਨ ਉਹ ਵੀ ਦਿੱਤੀਆਂ ਹਨ। ਕੁਝ ਹੋਰ ਦਵਾਈਆਂ ਇਸ ਰੋਗ 'ਤੇ ਕੰਮ ਕਰਨ ਵਾਲੀਆਂ। ਕਹਿਣ ਲੱਗੇ ਹਵੈ ਪ੍ਰਸੰਨ ਗਮਣਿਓ ਤਬੈ ਦਿੱਲੀ ਮੈਂ ਆਇਓ। ਸੇਵਕ ਜਿਹੜਾ ਹੈ ਅਹਿਲਕਾਰ ਬੜਾ ਪ੍ਰਸੰਨ ਹੋਇਆ ਹੈ ਕਿ ਸਾਡੇ ਰਾਜਕੁਮਾਰ ਦਾ ਹੁਣ ਇਲਾਜ ਹੋ ਜਾਏਗਾ, ਤੇ ਚੱਲ ਕਰਕੇ ਕਾਹਲੀ ਦੇ ਨਾਲ ਉਹ ਦਿੱਲੀ ਦੀ ਧਰਤੀ ਤੇ ਪਹੁੰਚੇ ਹਨ। ਔਰ ਜਾ ਕਰਕੇ ਸ਼ਾਹ ਜਹਾਨ ਨੂੰ ਇਹ ਸਾਰੀਆਂ ਵਸਤੂਆਂ ਦਿੱਤੀਆਂ ਹਨ। ਸ਼ਾਹ ਜਹਾਨ ਕੋ ਤਬ ਦਈ ਦੇਖਤ ਹਰ ਖਾਇਓ। ਤੇ ਸ਼ਾਹ ਜਹਾਨ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਘਰ ਦੇ ਵਿੱਚ ਉਹ ਚੀਜ਼ਾਂ ਮੌਜੂਦ ਸਨ ਤੇ ਸਤਿਗੁਰਾਂ ਨੇ ਦੇ ਦਿੱਤੀਆਂ ਹਨ, ਤੇ ਮਿਲੀਆਂ ਵੀ ਉਸੇ ਤਰ੍ਹਾਂ ਦੀਆਂ ਹਨ ਜਿਸ ਤਰ੍ਹਾਂ ਦੀਆਂ ਵੈਦਾਂ ਨੇ ਹਕੀਮਾਂ ਨੇ ਮੰਗ ਕੀਤੀ ਸੀ। ਔਰ ਇਹ ਸਾਰਾ ਕੁਝ ਦੇਖ ਕੇ ਬਾਦਸ਼ਾਹ ਅਤਿਅੰਤ ਪ੍ਰਸੰਨ ਹੋਇਆ ਹੈ। ਔਰ ਦੁਰਲੱਭ ਇਹ ਚੀਜ਼ਾਂ ਸਨ ਜਿਹੜੀਆਂ ਕਿਤੋਂ ਵੀ ਪ੍ਰਾਪਤ ਨਹੀਂ ਸੀ ਹੋ ਰਹੀਆਂ। ਦੇਸ਼ਾਂ ਵਿਦੇਸ਼ਾਂ ਤੱਕ ਅਹਿਲਕਾਰ ਬਾਦਸ਼ਾਹ ਨੇ ਭੇਜੇ ਹੋਏ ਹਨ। ਦੁਰਲੱਭ ਪਾਏ ਪਦਾਰਥਨ ਤ੍ਰਿਗਦਾਰ ਸ਼ਕੋਹਾ। ਆਪਣੇ ਪੁੱਤਰ ਵਾਸਤੇ, ਉਹਦੇ ਇਲਾਜ ਵਾਸਤੇ ਦੁਰਲੱਭ ਚੀਜ਼ਾਂ ਅੱਜ ਬਾਦਸ਼ਾਹ ਨੂੰ ਮਿਲੀਆਂ ਹਨ। ਔਰ ਬਾਦਸ਼ਾਹ ਜਾਣ ਗਿਆ ਕਿ ਹੁਣ ਮੇਰਾ ਪੁੱਤਰ ਰਾਜੀ ਹੋ ਜਾਏਗਾ, ਹੁਣ ਮੇਰੇ ਪੁੱਤਰ ਦੀ ਉਮਰ ਵੱਧ ਜਾਏਗੀ, ਇਹ ਬਚ ਜਾਏਗਾ। ਕਹਿਣ ਲੱਗੇ ਕਿ ਜਾਣਿਓ ਅਬ ਇਹ ਜੀਵ ਹੈ ਰੋਜ਼ ਨਾਸਰ ਹੋਹਾ। ਵੈਦਾਂ ਨੇ ਆਖਿਆ ਸੀਗਾ ਬਾਦਸ਼ਾਹ ਜੇ ਇਹ ਚੀਜ਼ਾਂ ਕਿਤੇ ਆ ਜਾਣ ਤੇ ਅਸੀਂ ਤੇਰੇ ਪੁੱਤਰ ਨੂੰ ਰਾਜਕੁਮਾਰ ਨੂੰ ਮਰਨ ਨਹੀਂ ਦੇਵਾਂਗੇ, ਅਸੀਂ ਬਚਾ ਲਵਾਂਗੇ, ਬਸ ਇਹ ਪ੍ਰਬੰਧ ਕਰ ਦਿਓ। ਤੇ ਬਾਦਸ਼ਾਹ ਨੂੰ ਜਦੋਂ ਪਤਾ ਲੱਗਿਆ ਕਿ ਬਿਲਕੁਲ ਉਹੀ ਚੀਜ਼ਾਂ ਮਿਲੀਆਂ ਹਨ ਤੇ ਬਾਦਸ਼ਾਹ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ, ਤੇ ਖੁਸ਼ ਹੋ ਕਰਕੇ ਕਹਿ ਰਿਹਾ ਹੈ ਹੁਣ ਮੇਰਾ ਪੁੱਤਰ 7ਵੇਂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਚ ਜਾਏਗਾ। ਔਰ ਇੱਕ ਤਾਂ ਬਾਦਸ਼ਾਹ ਦਾ ਦਾਰਾ ਸ਼ਿਕੋ ਦੇ ਨਾਲ ਸਨੇਹ ਬੜਾ ਹੈ, ਕਿਉਂਕਿ ਦਾਰਾ ਸ਼ਿਕੋ ਗੁਣੀ ਬੜਾ ਹੈ। ਔਰ ਇਤਿਹਾਸ ਦੇ ਜ਼ਿਕਰ ਵੀ ਮਿਲਦਾ ਹੈ ਕਿ ਦਾਰਾ ਸ਼ਿਕੋ ਜਿਹੜਾ ਸ਼ਾਹਜਹਾਨ ਦਾ ਪੁੱਤਰ ਹੈ ਬਹੁਤ ਚੰਗਾ ਸੁਭਾਅ ਹੈ ਔਰ ਧਰਮੀ ਹੈ, ਤੇ ਕੋਈ ਸੰਤ ਮਹਾਤਮਾ ਮਹਾਂਪੁਰਸ਼ਾਂ ਦੀ ਸੇਵਾ ਕਰਨ ਵਾਲਾ ਹੈ, ਬੜਾ ਸੁੰਦਰ ਸੁਭਾਅ ਦਾ ਮਾਲਕ ਹੈ, ਗੁਣੀ ਹੈ। ਤੇ ਬਾਦਸ਼ਾਹ ਵੀ ਦੇਖਦਾ ਹੈ ਕਿ ਜਿਹੜਾ ਮੇਰਾ ਪੁੱਤਰ ਵੱਡਾ ਹੈ, ਜਿਹਦੇ ਨਾਲ ਮੇਰਾ ਅੱਤ ਦਾ ਸਨੇਹ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੇ ਬਾਦਸ਼ਾਹ ਬਣਨਾ ਹੈ। ਇੱਕ ਤਾਂ ਪੁੱਤਰ ਸਨੇਹ ਤੇ ਪੁੰਨ ਦੁਰਲੱਭ ਪਾਏ। ਇੱਕ ਤਾਂ ਪੁੱਤਰ ਦਾ ਸਨੇਹ ਹੈ ਤੇ ਦੂਜਾ ਦੁਰਲੱਭ ਜਿਹੜੀਆਂ ਵਸਤੂਆਂ ਪ੍ਰਾਪਤ ਹੋਈਆਂ ਹਨ। ਤੇ ਜਦੋਂ ਇਹ ਚੀਜ਼ਾਂ ਦੀ ਭਾਲ ਖਤਮ ਹੋ ਗਈ ਹੈ, ਉਹ ਸਾਰੀਆਂ ਚੀਜ਼ਾਂ ਨਸੀਬ ਹੋ ਗਈਆਂ ਹਨ ਤੇ ਬਾਦਸ਼ਾਹ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਬਾਦਸ਼ਾਹ ਅਤਿਅੰਤ ਪ੍ਰਸੰਨ ਹੈ। ਔਰ ਉਹ ਤੋਂ ਖੁਸ਼ੀ ਦੇ ਵਿੱਚ ਕੁਝ ਬੋਲਿਆ ਨਹੀਂ ਜਾ ਰਿਹਾ, ਤੇ ਮਨ ਮੈਂ ਲੱਗਿਓ ਵਿਚਾਰ ਨੇ। ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਵਿਚਾਰਾਂ ਆ ਰਹੀਆਂ ਹਨ। ਕਹੇ ਸਭ ਸੁਣਾਵੇ, ਤੇ ਸਾਰਿਆਂ ਨੂੰ ਕੋਲ ਸੱਦ ਕੇ ਬਾਦਸ਼ਾਹ ਇਸ ਤਰ੍ਹਾਂ ਗੱਲਾਂ ਕਰਦਾ ਹੈ, ਕੁਝ ਵਿਚਾਰਾਂ ਸੁਣਾਉਂਦਾ ਹੈ। ਕਹਿਣ ਲੱਗਾ ਮੇਰੇ ਮਨ ਦੇ ਵਿੱਚ ਬਹੁਤ ਵੱਡਾ ਅਫਸੋਸ ਹੈ, ਮੇਰੇ ਮਨ ਦੇ ਵਿੱਚ ਵੱਡੀ ਚਿੰਤਾ ਹੈ, ਕਿਉਂਕਿ ਮੈਂ ਆਪਣੇ ਆਪ ਨੂੰ ਕੋਸ ਰਿਹਾ ਹਾਂ ਕਿ ਮੈਂ ਜਿਸ ਗੁਰੂ ਘਰ ਦੇ ਨਾਲ ਮੱਥਾ ਲਾਇਆ, 4 ਵਾਰੀ ਜੰਗ ਕੀਤੇ, ਉਸ ਸਤਿਗੁਰਾਂ ਨੇ ਪਹਿਲੀ ਬੇਨਤੀ ਤੇ ਮੇਰੇ ਪੁੱਤਰ ਦੇ ਇਲਾਜ ਵਾਸਤੇ ਇਤਨੀਆਂ ਕੀਮਤੀ ਚੀਜ਼ਾਂ ਭੇਜ ਦਿੱਤੀਆਂ ਹਨ। ਮੈਨੂੰ ਆਸ ਨਹੀਂ ਸੀਗੀ। ਮੈਂ 4 ਵਾਰੀ ਵੱਡੀ ਫੌਜ ਭੇਜੀ ਹੈ, ਵੱਡੇ ਜੰਗ ਹੋਏ ਹਨ। ਗੁਰੂ ਕੀ ਫੌਜ ਭਾਵੇਂ ਜਿੱਤ ਗਈ ਹੈ, ਪਰ ਬਹੁਤ ਵੱਡਾ ਨੁਕਸਾਨ ਤਾਂ ਹੋਇਆ ਹੀ ਸੀਗਾ, ਬਹੁਤ ਵੱਡਾ ਨੁਕਸਾਨ ਹੋਇਆ ਯੋਧਿਆਂ ਦਾ। ਮੇਰੀ 4 ਵਾਰੀ ਫੌਜ ਮਾਰੀ ਗਈ ਹੈ ਤੇ ਗੁਰੂ ਕੇ ਯੋਧਿਆਂ ਦਾ ਵੀ ਨੁਕਸਾਨ ਹੋਇਆ ਹੈ।
ਪਰ ਪਹਿਲੀ ਬੇਨਤੀ ਤੇ ਸਤਿਗੁਰਾਂ ਨੇ ਪਰਉਪਕਾਰ ਕੀਤਾ ਹੈ, ਔਰ ਸਤਿਗੁਰਾਂ ਦਾ ਪਰਉਪਕਾਰ ਵਿਚਾਰ ਕੇ ਮੇਰੇ ਮਨ ਦੇ ਵਿੱਚ ਅਤਿਅੰਤ ਦੁੱਖ ਹੋ ਰਿਹਾ ਹੈ ਕਿ ਜਿਸ ਸਤਿਗੁਰਾਂ 'ਤੇ ਚੜ੍ਹਾਈ ਕਰਕੇ ਜਾਂਦੇ ਰਹੇ ਖਤਮ ਕਰਨ ਦੀ ਆਸ ਦੇ ਵਿੱਚ, ਉਹੀ ਸਤਿਗੁਰਾਂ ਨੇ ਮੇਰੇ ਪੁੱਤਰ ਦੇ ਇਲਾਜ ਵਾਸਤੇ ਉਮਰ ਦੇਣ ਲੱਗਿਆਂ ਥੋੜ੍ਹਾ ਵੀ ਸਮਾਂ ਨਹੀਂ ਲਾਇਆ ਤੇ ਉਸੇ ਵੇਲੇ ਪ੍ਰਬੰਧ ਕਰ ਦਿੱਤਾ ਹੈ। ਤੇ ਆਪਣੇ ਅਹਿਲਕਾਰਾਂ ਨੂੰ, ਵਜ਼ੀਰਾਂ ਨੂੰ ਸੱਦ ਕੇ ਕਹਿ ਰਿਹਾ, ਬਾਦਸ਼ਾਹ ਮੇਰੇ ਮਨ ਦੇ ਵਿੱਚ ਭਾਰੀ ਅਫਸੋਸ ਹੈ। ਔਰ ਮੈਂ ਇਤਨੀ ਧਰਤੀ ਦਾ ਮਾਲਕ ਹਾਂ, ਇਤਨੀ ਦੂਰ ਤੱਕ ਮੇਰਾ ਰਾਜ ਭਾਗ ਕਾਇਮ ਹੈ। ਅਵਨੀ ਮੰਡਲ ਕੋ ਪਤੀ ਮਮ ਆਗਿਆ ਸਾਰੇ, ਤੇ ਮੇਰੀ ਸਾਰੇ ਪਾਸੇ ਆਗਿਆ ਚੱਲਦੀ ਹੈ, ਸਾਰੇ ਮੇਰੇ ਹੁਕਮ ਦੀ ਤਾਲੀਮ ਕਰਦੇ ਹਨ। ਤੇ ਮੈਂ ਆਪਣਾ ਸਾਰਾ ਸ਼ਾਹੀ ਲਸ਼ਕਰ, ਸਾਰੇ ਸਿਆਣੇ ਵਜ਼ੀਰ ਇੱਧਰ ਉੱਧਰ ਭੇਜੇ, ਕਈਆਂ ਥਾਵਾਂ 'ਤੇ ਭਾਲ ਕੀਤੀ ਹੈ ਤੇ ਸਾਰਿਆਂ ਨੇ ਹਾਰ ਕੇ ਜਵਾਬ ਦੇ ਦਿੱਤਾ, ਮੇਰੀ ਆਸਾ ਕਿਤੋਂ ਵੀ ਪੂਰੀ ਨਹੀਂ ਹੋਈ। ਸਾਰਿਆਂ ਨੇ ਆ ਕੇ ਆਖਿਆ ਹੈ, ਬਾਦਸ਼ਾਹ ਇਹ ਚੀਜ਼ਾਂ ਕਿਤੋਂ ਮਿਲ ਨਹੀਂ ਰਹੀਆਂ ਹਨ। ਔਰ ਦੇਖੋ ਕਾਦਰ ਅੱਲਾਹ ਮੌਲਾ ਕਿੰਨਾ ਮਿਹਰਬਾਨ ਹੈ ਕਿ ਇਤਨਾ ਮੇਰਾ ਰਾਜ ਭਾਗ ਹੈ। ਮੈਂ ਦੂਜੇ ਰਾਜਿਆਂ ਨੂੰ ਵੀ ਬੇਨਤੀ ਕੀਤੀ ਹੈ, ਉੱਥੋਂ ਤੱਕ ਵੀ ਪਹੁੰਚ ਕੀਤੀ ਹੈ, ਤੇ ਅੱਲਾ ਦੀ ਕੈਸੀ ਫਜ਼ਲ ਹੈ, ਕੈਸੀ ਮਿਹਰ ਹੈ, ਜਿਹੜਾ ਪ੍ਰਬੰਧ ਕਿਤੋਂ ਨਹੀਂ ਹੋਇਆ। ਕਾਦਰ ਬੇਪਰਵਾਹ ਵੱਡ ਹਿੰਦੂ ਘਰ ਸੋਈ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ, ਜਿਨ੍ਹਾਂ ਨੂੰ ਮੈਂ ਸਮਝਦਾ ਸੀ ਇਹ ਹਿੰਦੂ ਗੁਰੂ ਹਨ ਜਾਂ ਇਹਨਾਂ ਦਾ ਸਾਡੇ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ, ਦੂਸਰਾ ਧਰਮ ਹੈ, ਤੇ ਜਿਹੜੇ ਮੇਰੇ ਆਪਣੇ ਜਿੱਥੇ ਰਾਜ ਭਾਗ ਮੇਰਾ ਹੁਕਮ ਚੱਲਦਾ ਹੈ, ਜਿਨ੍ਹਾਂ ਨੂੰ ਮੈਂ ਆਪਣੇ ਸਹਾਇਕ ਸਮਝਦਾ ਸੀ, ਕਿਤੋਂ ਪ੍ਰਬੰਧ ਨਹੀਂ ਹੋਇਆ। ਪਰ ਦੂਸਰੇ ਧਰਮ ਦੇ ਹੋਣ ਦੇ ਬਾਵਜੂਦ ਮੇਰੇ ਵਿਰੋਧੀ ਰਹਿਣ ਕਰਕੇ ਵੀ ਸਤਵੇਂ ਪਾਤਸ਼ਾਹ ਜੀ ਨੇ ਐਸਾ ਪਰਉਪਕਾਰ ਕਰਨ ਲੱਗਿਆਂ ਦੇਰ ਨਹੀਂ ਲਾਈ ਹੈ। ਔਰ ਕਹਿਣ ਲੱਗੇ ਜਿਹੜੀ ਮੈਂ ਜਾਚਨਾ ਕੀਤੀ ਹੈ, ਬੇਨਤੀ ਕੀਤੀ ਹੈ, ਉਹ ਮੈਨੂੰ ਪ੍ਰਾਪਤ ਹੋ ਗਈ ਹੈ, ਤੇ ਇਹ ਵਸਤੂ ਮੈਂ ਕਿਤੋਂ ਹੋਰ ਮੈਨੂੰ ਨਹੀਂ ਲੱਭੀ ਸੀਗੀ। ਔਰ ਇਸ ਤਰ੍ਹਾਂ ਬਾਦਸ਼ਾਹ ਕਹਿੰਦਾ ਹੈ, ਇਮ ਕਹੈ ਹਿਰਸ ਵਿਸਾਲ ਕਰ ਲੈ ਦੀਰਘ ਸਵਾਸਾ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰਾਂ ਕਰ ਕਰਕੇ ਸੁਣਾ ਕੇ ਅਤ ਚਿੰਤਾ ਤਰ ਹੋ ਕਰਕੇ ਤੇ ਵੱਡੇ ਵੱਡੇ ਸਾਹ ਬਾਦਸ਼ਾਹ ਸ਼ਾਹਜਹਾਨ ਲੈ ਰਿਹਾ ਹੈ ਕਿ ਸਤਿਗੁਰੂ ਜੀ ਕਿੱਡੇ ਵੱਡੇ ਪਰਉਪਕਾਰੀ ਹਨ। ਔਰ ਕੁਝ ਸਮੇਂ ਵਾਸਤੇ ਫਿਰ ਬਾਦਸ਼ਾਹ ਬਿਲਕੁਲ ਚੁੱਪ ਹੋ ਗਿਆ ਹੈ, ਸ਼ਾਂਤ ਹੋ ਗਿਆ ਹੈ। ਬਹੁਤ ਵੱਡੀ, ਜਿਸ ਤਰ੍ਹਾਂ ਕੋਈ ਬੰਦਾ ਚਿੰਤਾ ਦੇ ਵਿੱਚ ਹੋਵੇ, ਐਂ ਸ਼ਾਂਤ ਹੋ ਗਿਆ ਹੈ ਕਿ ਦੇਖੋ ਪਾਤਸ਼ਾਹ ਜੀ ਦਾ ਕੈਸਾ ਸੁਭਾਅ ਹੈ, ਸਤਵੇਂ ਪਾਤਸ਼ਾਹ ਜੀ ਦਾ, ਜਿਨ੍ਹਾਂ ਨੂੰ ਅਸੀਂ ਆਪਣਾ ਕੁਝ ਸਮਾਂ ਪਹਿਲਾਂ ਜਿਸ ਘਰ ਨੂੰ ਅਸੀਂ ਆਪਣਾ ਦੁਸ਼ਮਣ ਸਮਝਦੇ ਸੀਗੇ, ਜਿਨ੍ਹਾਂ ਦੇ ਨਾਲ ਜੰਗ ਕੀਤੇ ਹਨ, ਉਹਨਾਂ ਨੇ ਕਿੰਨਾ ਵੱਡਾ ਪਰਉਪਕਾਰ ਕੀਤਾ ਹੈ। ਤੇ ਬਾਦਸ਼ਾਹ ਚੁੱਪ ਹੋ ਗਿਆ ਹੈ, ਸ਼ਾਂਤ ਹੋ ਗਿਆ ਹੈ ਕਿ ਮੈਂ ਇਹ ਪਰਉਪਕਾਰ, ਇਹ ਜਿਹੜਾ ਅਹਿਸਾਨ ਹੈ, ਕਿਵੇਂ ਲਾਵਾਂਗਾ। ਇਹ ਸਤਿਗੁਰਾਂ ਦਾ ਕਿੱਡਾ ਵੱਡਾ ਪਰਉਪਕਾਰ ਮੇਰੇ ਤੇ ਕੀਤਾ ਗਿਆ ਹੈ। ਔਰ ਹੁਣ ਬਾਦਸ਼ਾਹ ਆਪਣੇ ਪੁੱਤਰ ਦੇ ਕੋਲ ਗਿਆ ਹੈ, ਇਸ ਤਰ੍ਹਾਂ ਬੜਾ ਸ਼ਾਂਤ ਹੈ, ਸਾਰੀ ਪੁੱਤਰ ਦੇ ਨਾਲ ਵਿਚਾਰ ਕੀਤੀ ਹੈ ਤੇ ਕਹਿਣ ਲੱਗੇ, ਗਿਆਨੀ ਦਾਰਸ਼ਕੋ ਨੇ ਲਖ ਹਿਰਸ ਮਹਾਨਾ। ਕਹਿਣ ਲੱਗੇ ਕਿ ਪੁੱਤਰ ਦਾਰਸ਼ਕੋ ਨੇ ਦੇਖਿਆ ਹੈ ਕਿ ਪਿਤਾ ਬੜਾ ਚਿੰਤਾ, ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਲਾਲਚ ਤੇ ਬੜੀ ਵੱਡੀ ਹਉਮੈ ਸੀਗੀ, ਹੰਕਾਰ ਸੀਗਾ। ਸ਼ਾਹਜਹਾਨ ਦੇ ਵਿੱਚ ਮੇਰੇ ਬਰਾਬਰ ਤਾਂ ਦੁਨੀਆ ਦੇ ਵਿੱਚ ਕਿਸੇ ਹੋਰ ਦੇ ਪਾਸ ਸੈਨਾ ਨਹੀਂ ਹੈ। ਕਹਿਣ ਲੱਗੇ, ਹੇ ਪਿਤਾ ਜੀ, ਦਾਰਸ਼ਕੋ ਨੇ ਆਖਿਆ ਹੈ ਬਾਦਸ਼ਾਹ ਸ਼ਾਹਜਹਾਨ ਨੂੰ। ਕਹਿਣ ਲੱਗੇ ਕਿ ਮਨ ਦੇ ਵਿੱਚੋਂ ਮਾਤਾ ਜੀ ਥੋੜੇ ਕਹਿਣ ਲੱਗੇ ਕਿ ਕਹਿਓ ਪਿਤਰ ਸੋ ਦੂਰ ਕਰ ਅਫਸੋਸ ਸੋ ਜੋ ਠਾਨਾ। ਕਹਿਣ ਲੱਗੇ, ਹੇ ਪਿਤਾ ਜੀ, ਮਨ ਦੇ ਵਿੱਚ ਅਫਸੋਸ ਹੁਣ ਛੱਡ ਦਿਓ,
ਵਾਰ-ਵਾਰ ਜਿਹੜੀ ਹੈ ਉਹ ਚਿੰਤਾ ਨਹੀਂ ਕਰਨੀ। ਹੁਣ ਜੋ ਕੁਛ ਭਾਣਾ ਵਾਪਰ ਗਿਆ ਹੈ ਉਸ ਗੱਲ ਨੂੰ ਛੱਡੋ ਔਰ ਗਾਂਹ ਖਿਆਲ ਰੱਖੋ, ਗਾਂਹ ਨਿਮਰਤਾ ਧਾਰਨ ਕਰਕੇ ਰੱਖੋ। ਪੁੱਤਰ ਦਾਰਾਸ਼ਕੋ ਆਪਣੇ ਪਿਤਾ ਸ਼ਾਹਜਹਾਨ ਨੂੰ ਇਸ ਤਰ੍ਹਾਂ ਸਮਝਾ ਰਿਹਾ ਹੈ, ਜਿਹੜੀ ਰੱਬ ਦੀ ਜਾਤ ਹੈ ਜਾਂ ਜਿਹੜੇ ਪਰਮਾਤਮਾ ਦੇ ਖੁਦਾ ਦੇ ਬੰਦੇ ਹੁੰਦੇ ਹਨ, ਜਿਹੜੇ ਪੀਰ ਫਕੀਰ ਭਲਾ ਕਰਨ ਵਾਸਤੇ ਸੰਸਾਰ ਦੇ ਵਿੱਚ ਆਉਂਦੇ ਹਨ, ਰੱਬ ਕੀ ਜਾਤ ਫਕੀਰ ਸੋ, ਇਹ ਰੱਬ ਦੀ ਜਾਤ ਹੈ, ਕਿਸੇ ਧਰਮ ਦੀ ਜਾਤ ਨਹੀਂ ਹੈ। ਇੱਕ ਤਾਂ ਦੁਨੀਆ ਦੀਆਂ ਜਾਤਾਂ ਅਸੀਂ ਬਣਾਈਆਂ ਹਨ ਨਾ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਆ ਫਲਾਣਾ ਧਰਮ ਹੈ, ਆ ਫਲਾਣਾ ਧਰਮ ਹੈ, ਫਲਾਣੀ ਲੋਕ ਹਨ, ਫਲਾਣੀ ਜਾਤ ਹੈ, ਫਲਾਣੀ ਪਾਤ ਹੈ। ਇੱਕ ਤਾਂ ਬੰਦਿਆਂ ਦੇ ਬਣਾਏ ਹੋਏ, ਇਹ ਸਾਰੀਆਂ ਵੰਡੀਆਂ ਪਾਈਆਂ ਹੋਈਆਂ ਹਨ। ਇੱਕ ਜਿਹੜੀ ਰੱਬ ਦੀ ਜਾਤ ਹੈ, ਜਿਹੜੇ ਪਰਮਾਤਮਾ ਦੇ ਖੁਦਾ ਦੇ ਬੰਦੇ ਹਨ, ਉਹ ਕਦੇ ਵਿਤਕਰਾ ਨਹੀਂ ਕਰਦੇ, ਉਹ ਕਿਸੇ ਨਾਲ ਵੈਰ ਨਹੀਂ ਕਰਦੇ, ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਕਰਦੇ ਹਨ। ਉਹ ਤਾਂ ਪਰਉਪਕਾਰ ਕਰਨ ਵਾਸਤੇ ਸੰਸਾਰ ਦੇ ਵਿੱਚ ਆਉਂਦੇ ਹਨ। ਹੇ ਪਿਤਾ ਜੀ, ਫਕੀਰਾਂ ਦਾ ਇਸੇ ਤਰ੍ਹਾਂ ਦਾ ਸੁਭਾਅ ਹੁੰਦਾ ਹੈ, ਉਹ ਸੰਸਾਰ ਦੇ ਵਿੱਚ ਭਲਾ ਹੀ ਕਰਦੇ ਹਨ। ਔਰ ਗੁਰੂ ਨਾਨਕ ਸਾਹਿਬ ਜੀ ਦਾ ਘਰ ਐਸਾ ਹੈ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰ ਐਸਾ ਹੈ, ਔਰ ਉਸੇ ਜੋਤ ਦੇ ਮਾਲਕ ਸਤਵੇਂ ਧੰਨ ਗੁਰੂ ਹਰਿਰਾਏ ਸਾਹਿਬ ਜੀ ਹਨ, ਜਿਨ੍ਹਾਂ ਬਾਰੇ ਜ਼ਿਕਰ ਮਿਲਦਾ ਹੈ ਕਿ ਇਹ ਘਰ ਬੜਾ ਜਾਰਾ ਹੈ, ਬੜਾ ਵੱਡਾ ਹੈ ਅਤੇ ਬਹੁਤ ਅਜ਼ਮਤਾਂ ਵਾਲਾ ਹੈ, ਬੜਾ ਕਰਾਮਾਤਾਂ ਵਾਲਾ ਹੈ। ਹੇ ਪਿਤਾ ਜੀ, ਕਰਾਮਾਤ ਜਾਹਰ ਜਿਨੋ ਜਗ ਵਿਦਤੀ ਸਾਰੇ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਤਾਂ ਸਾਰੇ ਜਗਤ ਦੇ ਵਿੱਚ ਫੈਲੀ ਹੋਈ ਹੈ, ਕੀਰਤੀ ਉਹਨਾਂ ਦੀ ਬਹੁਤ ਵੱਡੀ ਹੈ, ਔਰ ਗੁਰੂ ਨਾਨਕ ਦੇਵ ਜੀ ਦੇ ਅੱਗੇ ਸਾਰੀ ਦੁਨੀਆ ਝੁਕਦੀ ਰਹੀ ਹੈ। ਇਹ ਉਹਨਾਂ ਦਾ ਹੀ ਘਰ ਹੈ, ਇਹ ਸਤਿਗੁਰਾਂ ਦਾ ਹੀ ਦਰ ਹੈ, ਜਿਹਦੇ ਕਰਕੇ ਉਹਨਾਂ ਨੇ ਏਡਾ ਵੱਡਾ ਪਰਉਪਕਾਰ ਕੀਤਾ ਹੈ। ਸ੍ਰੀ ਗੁਰੂ ਨਾਨਕ ਸ਼ਾਹ ਕੋ ਘਰ ਮਹਿਤ ਬਹਾਨਾ, ਔਰ ਗੁਰੂ ਨਾਨਕ ਦੇਵ ਜੀ ਵੱਡੇ ਸ਼ਾਹ ਹੋਏ ਹਨ। ਅਸਲ ਵਿੱਚ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਵੱਡੇ ਬਾਦਸ਼ਾਹ ਹਨ। ਸ੍ਰੀ ਗੁਰੂ ਨਾਨਕ ਸ਼ਾਹ ਕੋ ਦਰ ਮਹਿਤ ਮਹਾਨਾ, ਜਿਨ੍ਹਾਂ ਦਾ ਘਰ ਇੰਨਾ ਵੱਡਾ ਹੈ, ਜਿਹੜੇ ਕੋਈ ਨਹੀਂ ਦੇਖਦੇ ਦੁਸ਼ਮਣ ਕੌਣ ਹੈ, ਸੱਜਣ ਕਿਹੜਾ ਹੈ, ਜਿਹੜਾ ਵੀ ਚੱਲ ਕੇ ਆ ਗਿਆ ਉਹਦੇ 'ਤੇ ਪਰਉਪਕਾਰ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਜਦੋਂ ਜਗਤ ਨੂੰ ਤਾਰਿਆ, ਹਿੰਦੂ ਧਰਮਾਂ ਦੇ ਥਾਵਾਂ 'ਤੇ ਵੀ, ਇਸਲਾਮ ਧਰਮ ਦੇ ਧਾਰਮਿਕ ਕੇਂਦਰਾਂ 'ਤੇ ਵੀ ਗਏ, ਸਾਰੀਆਂ ਥਾਵਾਂ 'ਤੇ ਗਏ, ਸਾਰਿਆਂ ਨੂੰ ਅੱਲਾ ਦੇ ਨਾਲ, ਖੁਦਾ ਦੇ ਨਾਲ, ਪਰਮਾਤਮਾ ਦੇ ਨਾਲ, ਪਰਮੇਸ਼ਰ ਦੇ ਨਾਲ ਜੁੜਨ ਦਾ ਹੁਕਮ ਕੀਤਾ। ਗਰੀਬ ਨਿਵਾਜ ਸਤਿਗੁਰੂ ਜੀ ਜਿੱਥੇ ਜਿੱਥੇ ਗਏ, ਜੇ ਕੋਈ ਹਿੰਦੂ ਧਰਮ ਦੇ ਵਿੱਚ ਪਖੰਡ ਹੋ ਰਿਹਾ ਹੈ ਤੇ ਸਤਿਗੁਰਾਂ ਨੇ ਆਖਿਆ ਕਿ ਭਾਈ ਸੱਚਾ ਹਿੰਦੂ ਬਣ ਤੇ ਧਰਮ ਵਾਲੀ ਜਿਹੜੀ ਮਰਿਆਦਾ ਗ੍ਰਹਿਣ ਕਰ। ਜੇ ਕੋਈ ਮੁਸਲਮਾਨ ਹੈ, ਉਹਨਾਂ ਨੂੰ ਬਚਨ ਕੀਤਾ ਕਿ ਭਾਈ ਮੁਸਲਮਾਨ ਇੰਨਾ ਕਠੋਰ ਨਹੀਂ ਹੁੰਦਾ, ਮੁਸਲਮਾਨ ਇੰਨਾ ਸਖਤ ਨਹੀਂ ਹੁੰਦਾ, ਮੁਸਲਮਾਨ ਮੋਮ ਦਿਲ ਹੋਵੇ, ਉਹਦੇ ਅੰਦਰ ਤਾਂ ਨਿਮਰਤਾ ਹੁੰਦੀ ਹੈ, ਸਹਿਜ ਹੁੰਦਾ ਹੈ, ਪਿਆਰ ਹੁੰਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪੈਗਾਮ ਸੀਗਾ ਬੜਾ ਮਹਾਨ ਸੀਗਾ। ਉਹਨਾਂ ਨੇ ਸਾਰਿਆਂ ਥਾਵਾਂ 'ਤੇ ਜਾ ਕੇ ਪਰਉਪਕਾਰ ਕੀਤਾ ਹੈ, ਧਰਮ ਦਾ ਰਸਤਾ ਦੱਸਿਆ ਹੈ। ਮੱਕੇ ਦੇ ਵਿੱਚ ਗਏ, ਉੱਥੇ ਵੀ ਸੱਚੇ ਹਾਜੀ ਕੌਣ ਹੁੰਦੇ ਹਨ, ਸੱਚਾ ਮੁਸਲਮਾਨ ਕੀ ਹੈ, ਕੌਣ ਹੈ, ਕਿਵੇਂ ਬਣੀਦਾ ਹੈ, ਐਸਾ ਉਪਦੇਸ਼ ਦੇ ਕਰਕੇ ਆਏ ਸਨ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਵੱਡਾ ਹੈ, ਉਹਨਾਂ ਨੇ ਧਰਮ ਦਾ ਮਾਰਗ ਦੱਸਿਆ ਹੈ, ਔਰ ਉਹ ਪਰਉਪਕਾਰੀ ਹੋਏ ਹਨ। ਉਸੇ ਤਰ੍ਹਾਂ ਦੇ ਪਰਉਪਕਾਰ ਅਗਲੇ ਗੁਰੂਆਂ ਦੇ ਸੁਭਾਅ ਦੇ ਵਿੱਚ ਵੀ ਚੱਲਦੇ ਆ ਰਹੇ ਹਨ। ਔਰ ਲੱਖਾਂ ਅਜ਼ਮਤਾਂ ਦੇ ਅਨੇਕਾਂ ਕਾਰਜਾਂ ਦੇ ਕਰਨ ਵਾਲੇ ਉਹ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ, ਔਰ ਉਹਨਾਂ ਤੋਂ ਬਾਅਦ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ ਕਹਿਣ ਲੱਗੇ, ਜੁਤ ਕਰੇ ਦੇ ਗਿਆਨ ਨਿਧਾਨਾ, ਸਾਰਿਆਂ ਨੂੰ ਗਿਆਨ ਦਾ ਖਜ਼ਾਨਾ ਦੇ ਕਰਕੇ ਇੱਕ ਮਾਲਕ ਦੇ ਨਾਲ, ਪਰਮਾਤਮਾ ਦੇ ਨਾਲ ਜੋੜਦੇ ਹਨ। ਔਰ ਉਹਨਾਂ ਦੇ ਘਰ ਦੇ ਵਿੱਚ ਕੋਈ ਦੁਸ਼ਮਣ ਨਹੀਂ ਹੈ, ਕੋਈ ਵੈਰੀ ਨਹੀਂ ਹੈ, ਔਰ ਕੋਈ ਬੇਗਾਨਾ ਨਹੀਂ ਹੈ। ਉਹ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੇ ਹਨ। ਹੇ ਪਿਤਾ ਜੀ, ਮੈਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਸੁਣੀ ਹੈ। ਮੈਂ ਵੀ ਕਈਆਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਔਰ ਬਾਕੀ ਗੁਰੂ ਸਾਹਿਬਾਨਾਂ ਦੀਆਂ ਵਡਿਆਈਆਂ ਸੁਣਦਾ ਰਿਹਾ ਹਾਂ। ਔਰ ਉਹ ਆਪ ਮਿਹਰਬਾਨ ਹਨ, ਜਗਤ ਦੇ ਜੀਵਾਂ ਦੇ ਦੁੱਖਾਂ ਦੇ ਨਾਸ਼ਕ ਹਨ, ਤੇ ਕਾਮਲ ਆਪ ਖੁਦਾਇਕ ਹੈ, ਉਹ ਖੁਦਾ ਦੇ ਬੰਦੇ ਸਨ, ਖੁਦਾ ਦੇ।
ਪਰਮਾਤਮਾ ਦੇ ਵਿੱਚ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਕਿਸੇ ਤਰ੍ਹਾਂ ਦਾ ਭੇਦ ਨਹੀਂ ਹੈ। ਹੁਣ ਦਾਰਾ ਸ਼ਿਕੋ ਪੁੱਤਰ ਤੇ ਸ਼ਾਹਜਹਾਨ ਪਿਤਾ ਆਪਸ ਦੇ ਵਿੱਚ ਵਿਚਾਰਾਂ ਕਰ ਰਹੇ ਹਨ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਕਰ ਰਹੇ ਹਨ। हे ਪਿਤਾ ਜੀ, ਗੁਰੂ ਨਾਨਕ ਸਾਹਿਬ ਜੀ ਤਾਂ ਆਪ ਖੁਦਾ ਦੇ ਰੂਪ ਸਨ। ਕਾਮਲ ਆਪ ਖੁਦਾਏ ਕੈ ਨਹਿ ਸੰਸਾ ਕੀਜੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਉੱਪਰ ਸ਼ੰਕਾ ਕਰਨਾ ਵਿਅਰਥ ਹੈ, ਗਲਤੀ ਹੈ, ਬਹੁਤ ਵੱਡੀ ਸਾਡੀ ਭੁੱਲ ਸੀਗੀ। ਕਰਨ ਜੋਗ ਹੈ ਬੰਦਗੀ ਹਿਰਸੀ ਨਾ ਬਨੀਜੈ। ਔਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚੋਂ ਤਾਂ ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ, ਸੇਵਾ ਕਰਨ ਵਾਸਤੇ ਉਪਦੇਸ਼ ਮਿਲਦਾ ਹੈ। ਔਰ ਸਾਰੇ ਇੱਕ ਹੀ ਮਾਲਕ ਦੇ ਪੈਦਾ ਕੀਤੇ ਹੋਏ ਹਨ ਤੇ ਕਦੇ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਉੱਥੇ ਰੱਖਿਆ ਜਾਂਦਾ। ਕਹਿਣ ਲੱਗੇ ਕਰਨ ਜੋਗ ਹੈ ਬੰਦਗੀ। ਬੰਦਗੀ ਬੰਦੇ, ਬੰਦਗੀ ਇਖਤਿਆਰ। हे ਬੰਦੇ, ਬੰਦਗੀ ਅਖਤਿਆਰ ਕਰ, ਬੰਦਗੀ ਧਾਰਨ ਕਰ, ਐਸਾ ਉਪਦੇਸ਼ ਮਿਲਦਾ ਹੈ। ਹਿਰਸੀ ਨਾ ਬਨੀਜੈ, ਲਾਲਚੀ ਨਾ ਬਣੋ, ਦੁਸ਼ਮਣ ਨਾ ਬਣੋ। ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਐਸੀ ਚੀਜ਼ ਨਹੀਂ ਰੱਖਣੀ। ਹਮੇਸ਼ਾ ਇਕਾਗਰਤਾ ਦੇ ਨਾਲ ਤੇ ਪਿਆਰ ਦੇ ਨਾਲ ਰਲ ਕੇ ਰਹਿਣ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਹਮੇਸ਼ਾ ਮਿਲਦਾ ਰਿਹਾ ਹੈ। ਔਰ हे ਪਿਤਾ ਜੀ, ਤੁਸੀਂ ਵੀ ਤਾਂ ਸਾਰਾ ਕੁਝ ਜਾਣਦੇ ਹੀ ਹੋ। ਪਹਿਲੇ ਜਿਤਨੇ ਵੀ ਰਾਜੇ ਬਾਦਸ਼ਾਹ ਹੋਏ ਹਨ, ਉਹਨਾਂ ਦਾ ਵੀ ਗੁਰੂਆਂ ਦੇ ਉਹਨਾਂ 'ਤੇ ਵੀ ਪਰਉਪਕਾਰ ਰਹੇ ਹਨ। ਗੁਰੂ ਸਾਹਿਬਾਨਾਂ ਦੇ ਸਾਡੇ ਵਡੇਰੇ ਜਿਹੜੇ ਪਹਿਲੇ ਬਾਦਸ਼ਾਹ ਹੋਏ ਹਨ, ਉਹਨਾਂ 'ਤੇ ਵੀ ਸਤਿਗੁਰਾਂ ਨੇ ਬੇਅੰਤ ਤਰ੍ਹਾਂ ਦੇ ਪਰਉਪਕਾਰ ਕੀਤੇ ਹਨ। ਕਹਿਣ ਲੱਗੇ ਤੁਸੀਂ हे ਪਿਤਾ ਜੀ ਸਾਰਾ ਕੁਝ ਤਾਂ ਜਾਣਦੇ ਹੋ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਡੇ ਬਾਦਸ਼ਾਹ ਅਕਬਰ ਵਰਗੇ ਜਾਂਦੇ ਰਹੇ, ਹਮਾਯੂ ਬਾਦਸ਼ਾਹ ਵਰਗੇ ਜਾਂਦੇ ਰਹੇ, ਬੇਅੰਤ ਵਾਰੀ ਗੁਰੂ ਕੇ ਚਰਨਾਂ ਦੇ ਵਿੱਚ ਗਏ ਹਨ। ਇਸ ਕਰਕੇ ਪਹਿਲਾਂ ਵੀ ਪਰਉਪਕਾਰ ਗੁਰੂ ਨਾਨਕ ਸਾਹਿਬ ਜੀ ਦੇ ਸਾਡੇ ਘਰ ਦੇ ਉੱਪਰ ਬੇਅੰਤ ਤਰ੍ਹਾਂ ਦੇ ਹਨ। ਔਰ ਸਾਡੇ ਵਡੇਰੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਨਾਲ ਜੁੜਦੇ ਰਹੇ ਹਨ ਔਰ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਹਮੇਸ਼ਾ ਭਲਾਈ ਕੀਤੀ ਹੈ, ਪਰਉਪਕਾਰ ਕੀਤਾ ਹੈ, ਭਲਾ ਹੀ ਕੀਤਾ ਹੈ। ਇਹ ਗੁਰੂ ਘਰ ਦਾ ਨਿਯਮ ਹੈ, ਜਿਹੜਾ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਗਿਆ ਹੈ ਉੱਥੋਂ ਭਲਾ ਹੀ ਹੋਇਆ ਹੈ। ਔਰ ਆਪਣੇ ਪੁੱਤਰ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਬਾਦਸ਼ਾਹ ਸ਼ਾਹਜਹਾਨ ਵੀ ਹੈਰਾਨ ਹੋਇਆ ਹੈ, ਖੁਸ਼ ਵੀ ਹੋਇਆ ਹੈ, ਪ੍ਰਸੰਨ ਵੀ ਹੋਇਆ ਹੈ ਕਿ ਮੇਰੇ ਪੁੱਤਰ ਦੀ ਵੀ ਆਸਥਾ ਬੜੀ ਵੱਡੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਹੈ। ਤੇ ਬਾਦਸ਼ਾਹ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਬੋਲਦਾ ਹੈ, ਕਹਿਣ ਲੱਗੇ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਹੈ, ਧੋਖਾ ਨਹੀਂ ਹੈ, ਛਲ ਨਹੀਂ ਹੈ, ਐਸੇ ਸਤਿਗੁਰੂ ਜੀ ਮਹਾਨ ਪਰਉਪਕਾਰੀ। ਕਹਿਣ ਲੱਗੇ ਸੇ ਇਹ ਮਹਾਨਾ, ਐਸੇ ਗੁਰੂ ਮਹਾਨ ਹਨ। ਤੇ ਕਹਿਣ ਲੱਗੇ ਜਿਨ੍ਹਾਂ ਦੇ ਉੱਪਰ ਅੱਲਾ ਮਿਹਰਬਾਨ ਹੈ, ਖੁਦਾ ਦੀ ਜਿਨ੍ਹਾਂ ਦੇ ਉੱਪਰ ਫਜ਼ਲ ਹੈ। ਤੇ ਬਾਦਸ਼ਾਹ ਆਖਦਾ ਹੈ ਜਿਨ ਪਰ ਫਜ਼ਲ ਅੱਲਾਹ ਕੋ ਦੇ ਸਿਦਕ ਸਬੂਰੀ, ਜਿਨ੍ਹਾਂ ਨੂੰ ਮਾਲਕ ਨੇ ਸਿਦਕ ਦਿੱਤਾ ਹੈ, ਸੰਤੋਖ ਦਿੱਤਾ ਹੈ ਜਾਂ ਇਕਾਗਰਤਾ ਦਿੱਤੀ ਹੈ, ਅੰਦਰੋਂ ਵੈਰ ਵਿਰੋਧ ਖਤਮ ਕੀਤਾ ਹੈ, ਐਸੇ ਪਰਉਪਕਾਰ ਉਹੀ ਕਰ ਸਕਦਾ ਹੈ, ਕੋਈ ਆਮ ਇਨਸਾਨ ਨਹੀਂ। ਦੇਖੋ ਸਾਡਾ ਸੁਭਾਅ ਇਸ ਤਰ੍ਹਾਂ ਦਾ ਹੀ ਹੈ ਨਾ ਕਿ ਜੇ ਕਿਤੇ ਸਾਡੇ ਨਾਲ ਕਿਸੇ ਨੇ ਇੱਕ ਵਾਰੀ ਕੁਛ ਗਲਤ ਕੀਤਾ ਹੈ ਜਾਂ ਗਲਤ ਕੁਛ ਬੋਲਿਆ ਵੀ ਹੈ, ਆਪਣਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਜੇ ਕਿਸੇ ਨੇ ਇੱਕ ਵਾਰੀ ਬੁਰਾ ਕੀਤਾ ਤਾਂ ਅਸੀਂ ਜਿੰਨਾ ਵਾਰੀ ਨਾ ਬੁਰਾ ਕਰ ਲਈਏ ਉਹਨਾਂ ਸਾਨੂੰ ਠੰਡ ਨਹੀਂ ਪੈਂਦੀ। ਉਹਨਾਂ ਚਿਰ ਅਸੀਂ ਬੋਲਿਆ ਹੈ, ਅਸੀਂ 5 ਵਾਰੀ ਬੋਲ ਕੇ ਵੀ ਆਖਾਂਗੇ ਕਿ ਨਹੀਂ ਪਈ ਅਜੇ ਗੱਲ ਨਹੀਂ ਬਲੀ। ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ ਜਿੱਥੇ ਚੜ੍ਹ ਕੇ ਵੀ ਗਏ, ਪਰ ਜੇ ਅੱਜ ਲੋੜ ਪਈ ਹੈ ਤੇ ਸਤਿਗੁਰਾਂ ਨੇ ਮਨਾ ਨਹੀਂ ਕੀਤਾ, ਉਹਨਾਂ ਨੇ ਫਿਰ ਬਖਸ਼ ਦਿੱਤੀਆਂ ਦਾਤਾਂ। ਇਹ ਗੁਰੂ ਨਾਨਕ ਸਾਹਿਬ ਜੀ ਦਾ ਵੱਡਾ ਪਰਉਪਕਾਰ ਹੈ। ਔਰ ਬਾਦਸ਼ਾਹ ਕਹਿਣ ਲੱਗਾ ਜਿਨ ਪਰ ਫਜ਼ਲ ਅੱਲਾਹ ਕੋ ਦੇ ਸਿਦਕ ਸਬੂਰੀ, ਇਹ ਵੱਡਾ ਅੱਲਾ ਦਾ ਪਰਉਪਕਾਰ ਹੈ, ਫਜ਼ਲ ਹੈ, ਸਿਦਕ ਬਖਸ਼ਿਆ ਹੈ ਤਾਂ ਉਹਨਾਂ ਨੇ ਪਰਉਪਕਾਰ ਕੀਤਾ ਹੈ।
ਔਰ ਐਸੇ ਜਿਹੜੇ ਮਹਾਨ ਖੁਦਾ ਦੇ ਬੰਦੇ ਹੁੰਦੇ ਹਨ, ਉਹਨਾਂ ਦੇ ਅੰਦਰ ਲਾਲਚ, ਉਹਨਾਂ ਦੇ ਅੰਦਰ ਜਿਹੜੀ ਦੁਸ਼ਮਣੀ ਹੈ, ਇਹ ਵਿਕਾਰ ਸਾਰੇ ਖਤਮ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਉਹਨਾਂ ਦੇ ਨੇੜੇ ਇਹ ਚੀਜ਼ਾਂ ਨਹੀਂ ਆਉਂਦੀਆਂ ਹਨ। ਆਮ ਜਿਹੜੀ ਦੁਨੀਆ ਵਿੱਚ ਵੈਰ ਵਿਰੋਧ ਦੇ ਵਿੱਚ ਸਾਰੀ ਖਪਤ ਹੋਈ ਹੈ। ਕਹਿਣ ਲੱਗੇ ਦੁਨੀਆ ਹਿਰਸ ਹਵਾਈ ਹੈ ਨਾ ਮਿਟੇ ਕਦਾਈ। ਇਹਨਾਂ ਦੇ ਮਨਾਂ ਦੇ ਵਿੱਚੋਂ ਕਦੇ ਵੀ ਵਿਕਾਰ, ਗੁੱਸਾ ਔਰ ਇਹ ਸਾਰੇ ਔਗਣ ਜਾਂਦੇ ਨਹੀਂ ਹਨ। ਔਰ ਜਿਨ੍ਹਾਂ ਦੀ ਪ੍ਰੀਤ ਖੁਦਾ ਦੇ ਨਾਲ ਹੈ, ਪਰਮਾਤਮਾ ਦੇ ਨਾਲ ਹੈ, ਅੱਲਾ ਦੇ ਨਾਲ ਹੈ, ਪ੍ਰੀਤ ਪ੍ਰਤੀਤ ਖੁਦਾਏ ਕੀ ਸੇ ਪਾਕ ਸਦਾਈ। ਪਾਕ ਦਾ ਅਰਥ ਹੁੰਦਾ ਹੈ ਪਵਿੱਤਰ। ਜਿਹੜੇ ਅੱਲਾ ਦੇ ਨਾਲ ਜੁੜ ਗਏ ਉਹ ਹਮੇਸ਼ਾ ਹੀ ਪਵਿੱਤਰ ਹੈ, ਹਮੇਸ਼ਾ ਹੀ ਸਾਫ਼ ਹੈ। ਮਾਲਕ ਦੇ ਵਿੱਚ ਜਿਹੜਾ ਅਭੇਦ ਹੋ ਗਿਆ ਉਹ ਨਹੀਂ ਜਾਂਦਾ, ਗੁਣ ਹੀ ਗੁਣ ਆ ਜਾਂਦੇ ਹਨ। ਇਹ ਗੁਰੂ ਸਾਹਿਬ ਜੀ ਦੀ ਪਾਤਸ਼ਾਹ ਜੀ ਤੱਕ, 7ਵੇਂ ਪਾਤਸ਼ਾਹ ਜੀ ਤੱਕ ਵਿਚਰ ਰਹੀ ਹੈ। ਜਿਸ ਤਰ੍ਹਾਂ ਉਹ ਪਾਕ ਦਿਲ ਸਨ, ਸਾਫ਼ ਦਿਲ ਸਨ, ਔਰ ਉਸੇ ਤਰ੍ਹਾਂ 7ਵੇਂ ਪਾਤਸ਼ਾਹ ਜੀ ਦੇ ਅੰਦਰ ਵੀ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀਂ ਹੈ। ਭਾਵੇਂ ਸ਼ਸਤਰਧਾਰੀ ਹਨ ਪਰ ਪਰਉਪਕਾਰ ਵੀ ਉਤਨੇ ਹੀ ਹਨ ਅੰਦਰ। ਅਤੇ ਗੁਰੂ ਹਰ ਰਾਏ ਸਾਹਿਬ ਜੀ ਦਾ ਬਹੁਤ ਵੱਡਾ ਪਰਉਪਕਾਰ, ਜਿਹੜਾ ਉਹਨਾਂ ਨੇ ਪੁੱਤਰ ਦਾਰਾ ਸ਼ਿਕੋ ਵਾਸਤੇ ਦਵਾਈਆਂ, ਹਰੜਾਂ, ਤਰ੍ਹਾਂ ਲੌਂਗ ਤੇ ਕੁਝ ਚੀਜ਼ਾਂ ਜਿਹੜੀਆਂ ਭੇਜੀਆਂ ਹਨ, ਉਹਨਾਂ ਦੇ ਕੀਤੇ ਹੋਏ ਪਰਉਪਕਾਰ ਦੀ ਦਿੱਲੀ ਦੀ ਧਰਤੀ 'ਤੇ ਬਾਦਸ਼ਾਹ ਸ਼ਾਹਜਹਾਨ ਔਰ ਉਹਦਾ ਪੁੱਤਰ ਦਾਰਾ ਸ਼ਿਕੋ ਉਹਦੀ ਵਡਿਆਈ ਕਰ ਰਹੇ ਹਨ ਕਿ ਸਤਿਗੁਰਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਅਗਲੇਰਾ ਜਿਹੜਾ ਇਤਿਹਾਸ ਹੈ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ। ਬੇਨਤੀ ਹੈ ਕਿ ਜਿਹੜਾ ਇਹ ਇਤਿਹਾਸ ਆਪਾਂ ਸਰਵਣ ਕਰਦੇ ਹਾਂ, ਕਈ ਵਾਰ ਆਪਾਂ ਬੇਨਤੀ ਕਰਦੇ ਹਾਂ ਕਿ ਇਤਿਹਾਸ ਗੁਰੂ ਘਰ ਦੇ ਵਿੱਚ ਸਾਂਝਾ ਇਸ ਕਰਕੇ ਕੀਤਾ ਜਾਂਦਾ ਹੈ ਕਿ ਅਸੀਂ ਵੀ ਕੁਝ ਨਾ ਕੁਝ ਸਿੱਖੀਏ, ਐਸੇ ਇਤਿਹਾਸ ਤੋਂ ਅਸੀਂ ਵੀ ਪ੍ਰੇਰਨਾ ਲਈਏ ਔਰ ਆਪਣੇ ਮਨਾਂ ਦੇ ਵੈਰ ਵਿਰੋਧ, ਭਰਮ, ਵਿਕਾਰ, ਪਾਪ ਤਿਆਗੀਏ ਔਰ ਅਸੀਂ ਵੀ ਪਾਕ ਦਿਲ ਹੋਈਏ, ਸਾਫ਼ ਦਿਲ ਹੋਈਏ। ਔਰ ਅਨੇਕਾਂ ਤਰ੍ਹਾਂ ਦੇ ਛਲ, ਕਪਟ, ਬੇਈਮਾਨੀ, ਝੂਠ, ਇਹ ਸਾਰਾ ਕੁਝ ਛੱਡ ਕੇ ਤੇ ਇਮਾਨਦਾਰੀ ਵਾਲਾ, ਉੱਚਾ ਸੁੱਚਾ ਗੁਰਸਿੱਖੀ ਵਾਲਾ ਜੀਵਨ ਬਤੀਤ ਕਰੀਏ। ਇਹ ਗੁਰੂ ਨਾਨਕ ਸਾਹਿਬ ਜੀ ਦੀ ਘਰ ਦੀ ਸਿੱਖਿਆ ਹੈ ਔਰ ਇਹੀ ਧਰਮ ਹੈ। ਇਕੱਲਾ ਪਹਿਰਾਵਾ ਪਾ ਲੈਣਾ ਧਰਮ ਨਹੀਂ ਹੈ, ਗੁਣਾਂ ਨੂੰ ਧਾਰਨ ਕਰਨਾ ਧਰਮ ਹੈ। ਤਾਂ ਇਹ ਇਤਿਹਾਸ ਸਾਂਝਾ ਕੀਤਾ ਜਾਂਦਾ ਹੈ ਕਿ ਅਸੀਂ ਗੁਰੂ ਕੇ ਚਰਨਾਂ ਦੇ ਨਾਲ ਜੁੜੇ ਰਹੀਏ, ਗੁਰੂ ਦੇ ਮਾਰਗ 'ਤੇ ਚੱਲੀਏ। ਆਪ ਸਮੂਹ ਸੰਗਤ ਦਾ ਸ਼ੁਕਰਾਨਾ। ਬੇਨਤੀ ਹੈ, ਕੱਲ੍ਹ ਤੋਂ ਸਮਾਂ ਜਿਹੜਾ ਹੈ ਉਹਦੇ ਵਿੱਚ ਤਬਦੀਲੀ ਕੀਤੀ ਗਈ ਹੈ। ਅੱਗੇ ਜਿਹੜੀ ਕਥਾ ਹੈ ਉਹਦੀ ਆਰੰਭਤਾ ਆਪਾਂ ਪੂਰੇ 5 ਵਜੇ ਕਰਦੇ ਹਾਂ ਅਤੇ ਕੱਲ੍ਹ ਤੋਂ 15 ਮਿੰਟ ਪਹਿਲਾਂ ਕਥਾ ਦੀ ਆਰੰਭਤਾ ਹੋਏਗੀ। ਕੱਲ੍ਹ ਤੋਂ ਸ਼ਾਮ ਦੀ ਕਥਾ ਦਾ ਜਿਹੜਾ ਸਮਾਂ ਹੈ ਉਹ 4:45 ਦਾ ਹੋਏਗਾ। ਰੋਜ਼ਾਨਾ ਹਾਜ਼ਰੀ ਭਰਨ ਵਾਲੀ ਜਿਹੜੀ ਸੰਗਤ ਹੈ ਉਹ ਨੋਟ ਕਰ ਲਵੇ ਜੀ। ਆਓ ਕੁਝ ਕੁ ਸਮਾਂ ਸਾਰੀ ਸੰਗਤ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ। ਜਿਹੜਾ ਇਹ ਮਹੀਨਾ ਆਰੰਭ ਹੋਇਆ ਹੈ, ਸਭਨਾਂ ਦੇ ਘਰ ਦੇ ਵਿੱਚ ਸੁੱਖ, ਸ਼ਾਂਤੀ, ਤੰਦਰੁਸਤੀ, ਚੜ੍ਹਦੀ ਕਲਾ ਔਰ ਸਤਿਗੁਰੂ ਜੀ ਆਪਣੀ ਕਿਰਪਾ ਕਰਕੇ ਰੱਖਣ, ਸੇਵਾ ਸਿਮਰਨ ਦੀਆਂ ਦਾਤਾਂ ਦੇ ਕੇ ਨਿਵਾਜਣ ਔਰ ਗੁਣ ਬਖਸ਼ਿਸ਼ ਕਰਨ, ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨ। ਇਹ ਗੁਰੂ ਕੇ ਚਰਨਾਂ ਦੇ ਵਿੱਚ ਅਰਦਾਸ ਹੈ। ਅੱਸੂ ਦਾ ਮਹੀਨਾ ਗੁਰੂ ਕੇ ਭਾਣੇ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਬਤੀਤ ਹੋਵੇ। ਭਾਵਨਾ ਸਹਿਤ ਸਾਰੀ ਸੰਗਤ ਉਚਾਰਨ ਕਰੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।